ਜ਼ਿੰਦਗੀ ਆ ਜਿਹੜੀ ਬਣਦੀ ਹੈ, ਪਰ ਜਦੋਂ ਆਪਾਂ ਗੁਰੂ ਸਾਹਿਬਾਨ ਦੇ ਕੋਲ ਆ ਕੇ ਸਜਦੇ ਹਾਂ, ਉਦੋਂ ਸਾਡੇ ਇਹ ਜਿਹੜੇ ਸਵਾਸ ਹਨ, ਇਹ ਘੜੀਆਂ ਹੋਰ ਵੀ ਸੋਹਣੀਆਂ ਹੋ ਜਾਂਦੀਆਂ ਨੇ, ਪਰ ਇਕੱਲੇ ਬਹਿਣ ਦੇ ਨਾਲ ਸੋਹਣੀਆਂ ਨਹੀਂ ਹੁੰਦੀਆਂ। ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਸੁਣ ਕੇ, ਮੰਨ ਕੇ, ਹਿਰਦੇ 'ਚ ਵਸਾ ਕੇ, ਕਮਾ ਕੇ ਜ਼ਿੰਦਗੀ ਨੂੰ ਸੋਹਣਾ ਬਣਾਇਆ ਜਾ ਸਕਦਾ ਹੈ। ਸੋ ਆਓ ਗੁਰ ਸ਼ਬਦ ਦੀ ਸਾਂਝ ਪਾਈਏ। ਪ੍ਰਥਮ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਧਨਾਸਰੀ ਰਾਗ ਦੇ ਵਿੱਚ 676 ਅੰਗ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਦਰਜ ਹੈ। ਧਨਾਸਰੀ ਮਹੱਲਾ ਪੰਜਵਾ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ, ਆਨ ਸਗਲ ਵਿਦ ਕਾਮ ਨਾ ਆਵੇ, ਹਰ ਹਰ ਨਾਮ ਤੇ ਆਇਆ। ਤਾਤੇ ਮੋਹਿ ਧਾਰੀ ਓਟ ਗੋਪਾਲ, ਸ਼ਰਨ ਪਰਿਓ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ, ਕਿ ਮੈਂ ਬਹੁਤ ਜਗ੍ਹਾ ਤੋਂ ਫਿਰਦਾ ਫਿਰਦਾ ਜਦੋਂ ਸਾਧੂਆਂ ਨੂੰ ਮਿਲਿਆ, ਜਦੋਂ ਮੇਰਾ ਮੇਲ ਰੱਬ ਦੇ ਪਿਆਰਿਆਂ ਨਾਲ ਹੋਇਆ, ਉਦੋਂ ਮੈਨੂੰ ਇੱਕ ਗੱਲ ਦੀ ਸਮਝ ਪਈ, ਉਦੋਂ ਮੈਨੂੰ ਇੱਕ ਚਾਨਣ ਹੋਇਆ, ਗਿਆਨ ਹੋਇਆ, ਪੂਰਾ ਗੁਰ ਸਮਝਾਇਆ। ਗੁਰੂ ਨੇ ਮੈਨੂੰ ਇਹ ਗੱਲ ਸਮਝਾਈ ਕਿ ਆਨ ਸਗਲ ਬਿਦ ਕਾਮ ਨਾ ਆਵੇ, ਹਰ ਹਰ ਨਾਮ ਤੇ ਆਇਆ। ਪਰਮਾਤਮਾ ਦੇ ਨਾਮ ਤੋਂ ਬਾਝੋਂ ਬਾਕੀ ਸਭ ਚੀਜ਼ਾਂ ਉਹਦੇ ਤੁੱਲ ਨਹੀਂ ਹੋ ਸਕਦੀਆਂ, ਕੰਮ ਨਹੀਂ ਆਉਣ ਵਾਲੀਆਂ। ਹੋਰ ਜਿੰਨੀਆਂ ਵੀ ਚੀਜ਼ਾਂ ਨੇ, ਭਾਵੇਂ ਉਹਨਾਂ ਦੀ ਅਹਿਮੀਅਤ ਹੋਵੇ, ਪਰ ਉਹ ਨਾਲ ਨਿਭਣ ਵਾਲੀਆਂ, ਸੱਚੀ ਦੋਸਤੀ ਉਹਨਾਂ ਦੀ ਹੋ ਨਹੀਂ ਸਕਦੀ। ਆਨ ਸਗਲ ਬਿਦ ਕਾਮ ਨਾ ਆਵੇ, ਹੋਰ ਚੀਜ਼ਾਂ ਕੰਮ ਨਹੀਂ ਆਉਂਦੀਆਂ, ਹਰ ਹਰ ਨਾਮ ਤੇ ਆਇਆ। ਜਪਿਆ ਹੋਇਆ ਨਾਮ, ਕੀਤੀ ਹੋਈ ਇਬਾਦਤ, ਪੜ੍ਹੀ ਹੋਈ ਸੱਚੇ ਦਿਲੋਂ ਬਾਣੀ, ਕੀਤਾ ਹੋਇਆ ਸਿਮਰਨ, ਇਹੀ ਬੰਦੇ ਦਾ ਅਸਲ ਸਾਥੀ ਆ। ਕਦੋਂ ਪਤਾ ਲੱਗਾ? ਜਦੋਂ ਮੈਂ ਗੁਰੂ ਦੇ ਦਾਸਾਂ ਨੂੰ ਮਿਲਿਆ, ਮੁਰੀਦਾਂ ਨੂੰ ਮਿਲਿਆ, ਮੁਰਸ਼ਦ ਨੂੰ ਮਿਲਿਆ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ। ਇੱਥੇ ਕਹਿ ਰਹੇ ਨੇ ਕਿ ਸੌਖੇ ਨਹੀਂ ਮਿਲ ਗਏ ਮੈਨੂੰ ਗੁਰੂ ਜੀ। ਮਹਾਂਪੁਰਸ਼ ਜਿਹੜੇ ਸਾਧੂ ਨੇ ਸੌਖੇ ਨਹੀਂ ਮਿਲੇ, ਸਹਿਜ ਨਹੀਂ ਮਿਲੇ, ਫਿਰ ਫਿਰ ਕੇ ਮਿਲੇ ਨੇ। ਕਹਿਣ ਦਾ ਅਰਥ ਇਹ ਆ ਕਿ ਧਾਰਮਿਕ ਦੁਨੀਆ ਦੇ ਵਿੱਚ ਜਿਤਨਾ ਪਖੰਡ ਹੈ, ਹੋਰ ਸ਼ਾਇਦ ਹੀ ਕਿਤੇ ਦੁਨੀਆ ਵਿੱਚ ਇੰਨਾ ਪਖੰਡ ਹੋਵੇ। ਇਸ ਲਾਈਨ ਦੇ ਵਿੱਚ ਜਿੰਨਾ ਦਿਖਾਵਾ ਪਖੰਡ ਹੈ, ਗੁਰੂ ਸਾਹਿਬ ਕਹਿੰਦੇ ਮੈਂ ਫਿਰ ਫਿਰ ਕੇ ਬਹੁਤ ਜਗ੍ਹਾ ਤੋਂ ਹੋ ਕੇ ਆਇਆ, ਫਿਰ ਕਿਤੇ ਜਾ ਕੇ ਮੈਨੂੰ ਸੱਚ ਮਿਲਿਆ। ਦੇਖੋ, ਜਿਵੇਂ ਇੱਕ ਵਿਗਿਆਨ ਦੀ ਦੁਨੀਆ ਹੈ, ਸਾਇੰਸ ਦੀ ਦੁਨੀਆ, ਉਹਦੇ ਵਿੱਚ ਜਿਹੜੇ ਵਿਗਿਆਨੀ ਨੂੰ ਖੋਜ ਕਰਦਿਆਂ ਕਰਦਿਆਂ ਕੁਝ ਨਹੀਂ ਲੱਭਾ, ਕੁਝ ਮਿਲਿਆ ਨਹੀਂ, ਉਹਦੀ ਖੋਜ ਪੂਰੀ ਨਹੀਂ ਹੋਈ, ਉਹਨੇ ਸਾਫ਼-ਸਾਫ਼ ਕਹਿ ਦੇਣਾ ਮੈਂ ਸਫਲ ਨਹੀਂ ਹੋਇਆ, ਮੇਰੀ ਖੋਜ ਆ ਜਿਹੜੀ ਪੂਰੀ ਨਹੀਂ ਹੋਈ, ਮੈਂ ਅਧੂਰਾ ਹਾਂ, ਇਵੇਂ ਆਖ ਦੂਗਾ। ਧਰਮ ਦੀ ਦੁਨੀਆ ਦੇ ਵਿੱਚ ਇਵੇਂ ਨਹੀਂ ਹੈਗਾ। ਧਰਮ ਦੀ ਦੁਨੀਆ ਦੇ ਵਿੱਚ ਅਧੂਰੇ ਲੋਕ ਜਿਹੜੇ ਨੇ
ਉਹ ਪੂਰੇ ਹੋਣ ਦਾ ਦਾਅਵਾ ਕਰਦੇ ਨੇ। ਅਧੂਰੇ ਲੋਕ, ਅੱਧੇ ਪਹੁੰਚੇ ਲੋਕ ਜਿਹੜੇ ਤੁਰੇ ਵੀ ਨਹੀਂ, ਉਹ ਕਹਿੰਦੇ ਅਸੀਂ ਮੰਜ਼ਿਲਾਂ ਦੇ ਪਹੁੰਚ ਚੁੱਕੇ ਹਾਂ, ਇਵੇਂ ਦਾਅਵਾ ਕਰਦੇ ਨੇ। ਧਾਰਮਿਕ ਦੁਨੀਆ ਵਿੱਚ ਹੀ ਕਰਮ ਧਰਮ ਪਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੁੱਟੈ। ਦੇਖੋ ਜਿਹੜਾ ਸੱਚਾ ਧਰਮ ਹੈ ਉਹ ਬੰਦੇ ਨੂੰ ਮੁਕਤ ਕਰ ਦਿੰਦਾ, ਸੱਚਾਈ ਵਾਲਾ ਰਸਤਾ ਹੈ। ਪਰ ਬਹੁਤੇ ਲੋਕ ਇਹਦੇ ਵਿੱਚ ਭੇਖੀ ਨੇ। ਕਿੰਨੇ ਪਰਸੈਂਟ? ਬਾਣੀ ਕਹਿੰਦੀ 99.99% ਇੰਨੇ ਪ੍ਰਤੀਸ਼ਤ ਲੋਕ ਇਹ ਕਰਮ ਧਰਮ ਪਖੰਡ ਵਾਲੇ ਨੇ, ਇਹ ਸ਼ਿੰਗਾਰ ਵਾਲੇ ਨੇ, ਇਹ ਗੱਲਾਂ ਵਾਲੇ ਨੇ, ਇਹ ਬਾਤਾਂ ਵਾਲੇ ਨੇ, ਅਸਲ ਨਹੀਂ ਹੈਗੇ, ਨਕਲ ਨੇ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਆਨ ਸਗਲ ਵਿਦ ਕਾਮ ਨਾ ਆਵੇ, ਹਰ ਹਰ ਨਾਮ ਤੇ ਆਇਆ। ਸਾਇੰਸ ਦੀ ਦੁਨੀਆ ਦੇ ਵਿੱਚ ਕਿਸੇ ਵਿਗਿਆਨੀ ਨੂੰ ਕੁਝ ਨਹੀਂ ਮਿਲਿਆ, ਸਾਫ਼ ਸਾਫ਼ ਕਹਿ ਦੇਗਾ ਨਹੀਂ ਮੈਨੂੰ ਕੁਝ ਮਿਲਿਆ ਨਹੀਂ, ਖੋਜਿਆ ਸੀ ਨਹੀਂ ਪਾਇਆ, ਸੱਚ ਬੋਲੇਗਾ। ਧਰਮ ਦੀ ਦੁਨੀਆ ਵਿੱਚ ਉਹ ਲੋਕ ਦਾਅਵਾ ਕਰ ਰਹੇ ਨੇ ਆਪਣੇ ਆਪ ਨੂੰ ਪੂਰਾ ਕਹਾਉਣ ਦਾ, ਜਿਹੜਾ ਇਸ ਮੰਜ਼ਿਲ ਤੇ ਤੁਰਿਆ ਵੀ ਨਹੀਂ, ਇਸ ਮੰਜ਼ਿਲ ਬਾਰੇ ਕੱਖ ਵੀ ਨਹੀਂ ਜਾਣਦਾ, ਇਸ ਮੰਜ਼ਿਲ ਬਾਰੇ ਬਿਲਕੁਲ ਵੀ ਅਣਜਾਣ, ਉਹ ਪਹੁੰਚਣ ਦਾ ਦਾਅਵਾ ਕਰਦੇ ਨੇ। ਤਾਂ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਨਾ ਬਹੁਤ ਜਗ੍ਹਾ ਤੋਂ ਫਿਰ ਕੇ ਸਹੀ ਰਾਹ ਤੇ ਆਇਆ ਹਾਂ। ਪੂਰੇ ਮਹਾਂਪੁਰਸ਼ਾਂ ਨੂੰ, ਪੂਰੇ ਗੁਰੂ ਨੂੰ ਮਿਲਿਆ। ਤਾਂ ਕਹਿਣ ਦਾ ਭਾਵ ਇਹੀ ਆ, ਪਹਿਲਾਂ ਬਹੁਤ ਪਖੰਡੀ ਲੋਕ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲਾਉਣਾ ਜਾਣਾ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਰੱਬ ਨੂੰ, ਕਬੀਰ ਸਾਹਿਬ ਜੀ ਕਹਿੰਦੇ, ਖਿਡਾਉਣਾ ਹੀ ਸਮਝਿਆ ਹੋਇਆ। ਮੱਥੇ ਤੇ ਤਿਲਕ ਲਾ ਕੇ, ਤੇੜ ਬੰਨ ਕੇ, ਤੇ ਉਹ ਸੋਚਦੇ ਨੇ ਅਸੀਂ ਰੱਬ ਨੂੰ ਭਤੀਜ ਦਾਂਗੇ, ਅਸੀਂ ਭਾ ਜਾਵਾਂਗੇ। ਮਾਥੇ ਤਿਲਕ ਹੱਥ ਮਾਲਾ ਬਾਨਾ, ਹੱਥ 'ਚ ਮਾਲਾ ਫੜ ਕੇ, ਇਵੇਂ ਰੱਬ ਖੁਸ਼ ਹੋ ਜਾਊਗਾ ਸਾਡੇ ਬਾਹਰੀ ਭੇਖ ਤੋਂ। ਲੋਕਾਂ ਨੇ ਰਾਮ ਰੱਬ ਨੂੰ ਖਿਲਾਉਣਾ ਜਾਣਾ, ਖਿਡਾਉਣਾ ਸਮਝਿਆ ਹੈ, ਬੱਚਿਆਂ ਦੀ ਖੇਡ ਸਮਝੀ ਹੋਈ ਆ। ਬਹੁਤ ਪਖੰਡ ਆ। ਵਿਗਿਆਨ ਦੀ ਦੁਨੀਆ ਵਿੱਚ ਇੰਨਾ ਪਖੰਡ ਨਹੀਂ ਤੁਹਾਨੂੰ ਮਿਲੇਗਾ, ਹੋਰ ਕਿਤੇ ਤੁਹਾਨੂੰ ਇੰਨਾ ਪਖੰਡ ਨਹੀਂ ਮਿਲੇਗਾ ਜਿੰਨਾ ਧਰਮ ਦੀ ਦੁਨੀਆ 'ਚ ਦੇਖਣ ਨੂੰ ਮਿਲੇਗਾ। ਗੱਜ ਸਾਢੇ ਤੈ ਧੋਤੀਆਂ, ਤੇਹਰੇ ਪਾਇਨ ਤੱਗ, ਗੱਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਵੱਗ, ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਬਨਾਰਸ ਦੇ ਠੱਗ ਬੜੇ ਮਸ਼ਹੂਰ ਹੋਏ। ਕਹਿਣਾ ਯਾਤਰੀਆਂ ਨੇ ਜਾਣਾ, ਗੱਲਾਂ 'ਚ ਪਾ ਕੇ ਉਹਨਾਂ ਨੂੰ ਲੁੱਟ ਲੈਣਾ। ਅੱਜ ਵੀ ਇਹ ਕਹਾਵਤ ਉਹਨਾਂ ਦੇ ਨਾਮ ਨਾਲ ਜੁੜੀ ਹੋਈ ਆ। ਕਹਿੰਦੇ ਸੰਤ ਨਹੀਂ, ਬਨਾਰਸ ਦੇ ਠੱਗ ਨੇ। ਧਰਮ ਦੀ ਦੁਨੀਆ ਵਿੱਚ ਜਿਤਨਾ ਵਿਖਾਵਾ, ਜਿਤਨਾ ਪਖੰਡ, ਜਿਤਨਾ ਅਧੂਰਾਪਣ ਹੈ, ਹੋਰ ਕਿਸੇ ਦੁਨੀਆ 'ਚ ਨਹੀਂ ਤੁਹਾਨੂੰ ਮਿਲੇਗਾ। ਇੱਕ ਵਿਗਿਆਨੀ ਨੇ ਇੱਕ ਪਦਾਰਥ ਦੀ ਖੋਜ ਕੀਤੀ ਆ, ਉਹਨੂੰ ਕੁਝ ਨਹੀਂ ਮਿਲਿਆ ਨਾ, ਉਹਨੇ ਸਾਫ਼ ਕਹਿ ਦੇਣਾ ਮੈਨੂੰ ਇਹ ਚੀਜ਼ ਮਿਲੀ ਨਹੀਂ, ਮੈਂ ਪੂਰਾ ਨਹੀਂ ਹੈਗਾ ਇਹ 'ਚ, ਸਾਫ਼ ਕਹਿ ਦੇਗਾ। ਆਇਨਸਟਾਈਨ ਹੋਏ, ਜਿਹੜੀਆਂ ਚੀਜ਼ਾਂ ਉਹਨਾਂ ਨੇ ਖੋਜੀਆਂ ਉਹੀ ਆਖੀਆਂ, ਜਿਹਦੇ ਵਿੱਚ ਸਫਲ ਨਹੀਂ ਹੋਏ ਤੇ ਉਹਨਾਂ ਨੇ ਕਿਹਾ ਨਹੀਂ ਮੈਂ ਇਹਦੇ ਵਿੱਚ ਪੂਰਾ ਨਹੀਂ ਹੋ ਪਾਇਆ, ਮੇਰੀ ਯਾਤਰਾ ਜਿਹੜੀ ਆ ਖੋਜ ਆ ਸਫਲ ਨਹੀਂ ਹੋਈ। ਧਰਮ ਦੀ ਦੁਨੀਆ 'ਚ ਇਵੇਂ ਨਹੀਂ ਹੈਗਾ। ਧਾਰਮਿਕ ਲੋਕ ਜੋ ਹੁੰਦੇ ਨੇ ਨਾ ਉਹ ਲੁਕਾਉਂਦੇ ਨੇ। ਧਰਮ ਦੀ ਦੁਨੀਆ ਵਿੱਚ ਪਖੰਡੀ ਲੋਕ ਜਿਹੜੇ ਨੇ, ਜੋ ਨਹੀਂ ਹੈਗੇ, ਉਹ ਦਿਖਾਉਂਦੇ ਨੇ, ਇਵੇਂ ਕਰਦੇ ਨੇ। ਤਾਂ ਕਰਕੇ ਧਰਮ ਤੋਂ ਲੋਕ ਹੁਣ ਪਿੱਛੇ ਜਾਣ ਲੱਗ ਪਏ ਨੇ, ਨਫ਼ਰਤ ਕਰਨ ਲੱਗ ਗਏ ਨੇ। ਕਾਰਨ ਕੀ ਆ ਉਹਦਾ? ਪਖੰਡੀ ਲੋਕ।
ਉਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਪੈਦਾ ਕਰ ਦਿੱਤੀ ਆ ਧਰਮ ਪ੍ਰਤੀ, ਵੀ ਸਾਰੇ ਹੀ ਇੱਦਾਂ ਦੇ ਹੁੰਦੇ ਨੇ। 99% ਜੇ ਤੁਹਾਨੂੰ ਪਖੰਡੀ ਮਿਲਣਗੇ, 1% ਸੱਚਾ ਬੰਦਾ, ਉਹਦੀ ਕਦਰ ਨਹੀਂ ਪਵੇਗੀ। ਅਸੀਂ ਜਿਸ ਧਰਤੀ ਤੇ ਰਹਿੰਦੇ ਹਾਂ, ਜਿਹੜੀ ਧਰਤੀ ਤੇ ਅਸੀਂ ਰਹਿੰਦੇ ਹਾਂ, ਇੱਥੇ ਪਹਿਲਾਂ ਸਤਿਪੁਰਸ਼ਾਂ ਦੇ ਬੱਟੇ ਮਾਰੇ ਜਾਂਦੇ ਨੇ। ਜਦੋਂ ਹੁੰਦੇ ਨੇ, ਸਲੀਬ ਤੇ ਚੜਾਇਆ ਜਾਂਦਾ ਉਹਨਾਂ ਨੂੰ, ਸੂਲੀ ਤੇ, ਈਸਾ ਸਲੀਬ ਤੇ ਆ, ਬੱਟੇ ਮਾਰੇ ਜਾਂਦੇ ਨੇ ਉਹਨਾਂ ਦੇ। ਭੂਤਨਾ ਬੇਤਾਲਾ ਕਿਹਾ ਜਾਂਦਾ, ਗੁਰੂ ਨਾਨਕ ਨੂੰ ਭੂਤਨਾ ਬੇਤਾਲਾ, ਕੁਰਾਈਆ ਤੇ ਭਾਈ ਮਰਦਾਨਾ ਜੀ ਨੂੰ ਉਹਦਾ ਡੂਮ ਆਖਿਆ ਗਿਆ, ਕੁਰਾਈਏ ਦਾ ਡੂਮ। ਅਸੀਂ ਜਿਸ ਧਰਤੀ ਤੇ ਰਹਿੰਦੇ ਹਾਂ, ਇੱਥੇ ਬੁੱਧ ਪੁਰਸ਼ਾਂ ਦਾ ਬੁਰਾ ਸਲੂਕ ਕੀਤਾ ਜਾਂਦਾ ਤੇ ਵਰ੍ਹਿਆਂ ਬਾਅਦ ਉਹਨਾਂ ਦੀ ਪੂਜਾ ਹੋਣ ਲੱਗਦੀ ਆ ਜਦੋਂ ਚਲੇ ਜਾਂਦੇ ਨੇ। ਜਿਉਂਦਿਆਂ ਜੀ ਕਦਰ ਨਹੀਂ ਪੈ ਰਹੀ, ਕਾਰਨ ਪਖੰਡੀ ਲੋਕਾਂ ਨੇ ਵਿਸ਼ਵਾਸ ਚੁੱਕ ਦਿੱਤਾ ਹੈ, ਜਿਹੜੇ ਭੇਖ ਵਾਲੇ ਨੇ ਗੁਰੂ ਤੋਂ, ਗੁਰੂ ਦੇ ਸਿੱਖਾਂ ਤੋਂ। ਇਸ ਕਰਕੇ ਮਹਾਰਾਜ ਕਹਿੰਦੇ, ਫਿਰਤ ਫਿਰਤ ਮੈਂ ਬਹੁਤ ਫਿਰ ਕੇ ਆਇਆ, ਫਿਰ ਕਿਤੇ ਜਾ ਕੇ ਮੈਨੂੰ ਸੱਚੇ ਮਹਾਂਪੁਰਸ਼ ਮਿਲੇ। ਇਹਦਾ ਅਰਥ ਇਹੀ ਆ ਵੀ ਬਹੁਤ ਪਖੰਡੀ ਸਨ, ਭੇਖ ਵਾਲੇ ਬਹੁਤ ਸਨ। ਪੂਰਾ ਗੁਰ ਸਮਝਾਇਆ, ਪੂਰੇ ਗੁਰੂ ਨੇ ਫਿਰ ਜਦੋਂ ਮੈਨੂੰ ਮਿਲੇ ਤੇ ਇੱਕ ਗੱਲ ਮੈਨੂੰ ਚਾਨਣ ਕਰਵਾਈ ਆ, ਆਨ ਸਗਲ ਵਿਦ ਕਾਮ ਨਾ ਆਵੇ, ਹਰ ਹਰ ਨਾਮ ਤੇ ਆਇਆ। ਕਹਿੰਦੇ ਹੋਰ ਕੰਮ ਤੇਰੇ ਕਿਸੇ ਸਾਥ ਨਿਭਣੇ ਨਹੀਂ ਹੈਗੇ, ਭਾਵੇਂ ਕਿ ਜ਼ਰੂਰੀ ਨੇ, ਦੁਨਿਆਵੀ ਕਾਰਜ ਅਤੀ ਜ਼ਰੂਰੀ ਨੇ, ਪਰ ਕਹਿੰਦੇ ਤੈਨੂੰ ਪਰਮਾਰਥ ਦੀਆਂ ਉਚਾਈਆਂ ਤੱਕ ਨਹੀਂ ਲੈ ਕੇ ਜਾ ਸਕਦੇ। ਉਹਦੇ ਲਈ ਤੈਨੂੰ ਨਾਮ ਧਿਆਉਣਾ ਪਵੇਗਾ, ਉਹਦੇ ਲਈ ਤੈਨੂੰ ਵੱਖਰੇ ਯਤਨ ਕਰਨੇ ਪੈਣਗੇ। ਤਾਤੇ ਮੋਹਿ ਧਾਰੀ ਓਟ ਗੋਪਾਲ, ਸ਼ਰਨ ਪਰਿਓ ਪੂਰਨ ਪਰਮੇਸ਼ਰ, ਬਿਨ ਸੇ ਸਗਲ ਜੰਜਾਲ। ਅਸਲ ਦੇ ਵਿੱਚ ਗੱਲ ਇਹ ਹੈ ਨਾ ਕਿ ਬੰਦੇ ਨੂੰ ਬੰਦਾ ਸਮਝਾਵੇ, ਬੰਦਾ ਨਹੀਂ ਸਮਝਦਾ। ਪੂਰਾ ਗੁਰੂ ਸਮਝਾਵੇ ਤੇ ਉਹਦੇ ਸਮਝਾਇਆ ਇਹ ਸਮਝ ਜਾਂਦਾ। ਪੂਰੇ ਗੁਰੂ ਦੀ ਗੱਲ ਅਸਰ ਕਰਦੀ ਆ। ਅਸੀਂ ਇੱਕ ਦੂਜੇ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ, ਦੁਪਹਿਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਤੋਂ ਲੈ ਕੇ ਰਾਤ ਤੱਕ ਬੜਾ ਕੁਝ ਕਹਿੰਦੇ ਆ, ਇੱਕ ਦੂਜੇ ਨੂੰ ਸਲਾਹਾਂ ਦਿੰਦੇ ਆ, ਸਮਝਾਉਂਦੇ ਆ। ਪਰ ਰੱਬ ਦੇ ਪਿਆਰੇ, ਉਹਨਾਂ ਦਾ ਸਮਝਾਉਣ ਦਾ ਅੰਦਾਜ਼ ਜਿਹੜਾ ਹੈ ਤੇ ਕਹਿਣ ਦਾ ਤਰੀਕਾ, ਉਹ ਬੜਾ ਨਿਆਰਾ ਹੁੰਦਾ, ਬੜਾ ਨਿਰਾਲਾ ਹੁੰਦਾ। ਤਾਤੇ ਮੋਹਿ ਧਾਰੀ ਓਟ ਗੋਪਾਲ, ਸ਼ਰਨ ਪਰਿਓ ਪੂਰਨ ਪਰਮੇਸ਼ਰ, ਬਿਨ ਸੇ ਸਗਲ ਜੰਜਾਲ। ਕਹਿੰਦੇ ਮੈਂ ਪੂਰੇ ਗੁਰੂ ਦੀ ਜਿਹੜੀ ਓਟ ਆ ਨਾ, ਉਹ ਤੱਕੀ ਆ। ਸ਼ਰਨ ਪੂਰਿਓ ਪੂਰਨ ਪਰਮੇਸ਼ਰ, ਮੈਂ ਸ਼ਰਨ ਪੈ ਗਿਆ ਰੱਬ ਜੀ ਦੀ। ਹੁਣ ਮੇਰੇ ਜਿਹੜੇ ਜੰਜਾਲ ਨੇ, ਜੰਜਾਲ ਦੇ ਅਰਥ ਕੀ ਨੇ? ਉਹ ਜਾਲਾ, ਉਹ ਗੰਢਾਂ ਜਿਹੜੀਆਂ ਮੈਂ ਹੀ ਦਿੱਤੀਆਂ ਸੀ, ਉਹ ਤਾਣਾ ਪੇਟਾ ਜਿਹੜਾ ਮੈਂ ਉਲਝਾਇਆ ਸੀ, ਉਹਨੂੰ ਜੰਜਾਲ ਹੀ ਕਹਿੰਦੇ ਨੇ। ਕਿਸੇ ਨੇ ਨਹੀਂ ਪਾਇਆ ਹੋਇਆ, ਮੈਂ ਖੁਦ ਪਾਇਆ ਸੀ। ਸ਼ਰਨ ਪਰਿਓ ਪੂਰਨ ਪਰਮੇਸ਼ਰ, ਬਿਨ ਸੇ ਸਗਲ ਜੰਜਾਲ। ਅੱਗੇ ਰਹਾਉ ਦੇ ਕੇ ਕਹਿੰਦੇ ਨੇ, ਸੁਰਗ ਮਿਰਤ ਪਿਆਰ ਭੂਮੰਡਲ ਸਗਲ ਵਿਆਪੇ ਮਾਏ, ਜੀ ਉਧਾਰਨ ਸਭ ਕੁਲ ਤਾਰਨ, ਹਰ ਹਰ ਨਾਮ ਤੇ ਆਏ। ਸੁਰਗ ਦੇਵ ਲੋਕ, ਮਿਰਤ ਦੇ ਅਰਥਾ ਮਾਤ ਲੋਕ, ਪਿਆਲ ਦੇ ਅਰਥਾ ਪਾਤਾਲ ਲੋਕ, ਭੂ ਮੰਡਲ ਜਿੰਨੀਆਂ ਵੀ ਧਰਤੀਆਂ ਨੇ, ਸਗਲ ਵਿਆਪੇ ਮਾਏ, ਸਾਰੀਆਂ ਹੀ ਮਾਇਆ ਦੇ ਵਿੱਚ ਨੇ। ਸਾਰੀਆਂ ਨੂੰ ਕਿਵੇਂ ਨਾ ਕਿਵੇਂ ਮਾਇਆ ਪਈ ਹੋਈ ਆ। ਮਾਇਆ ਦੇ ਅਰਥ ਨੇ ਉਹ ਚੀਜ਼ ਜਿਹੜੀ ਰੱਬ ਨਾਲ ਜੁੜਨ ਨਹੀਂ ਦੇ ਰਹੀ। ਕੁਝ ਐਸਾ ਅੰਦਰ ਹੋ ਰਿਹਾ ਮੇਰੇ, ਰੱਬ ਦੇ ਨਾਲ ਮੈਨੂੰ ਜੁੜਨ ਨਹੀਂ ਦੇ ਰਿਹਾ। ਚਿੰਤਾ ਹੋ ਸਕਦੀ ਆ, ਸੋਗ ਹੋ ਸਕਦੇ ਨੇ, ਵਿਛੋੜਾ ਹੋ ਸਕਦਾ, ਹੰਕਾਰ ਹੋ ਸਕਦਾ। ਸਾਰੀਆਂ ਚੀਜ਼ਾਂ ਮਾਇਆ ਹੀ ਨੇ। ਜੀ ਉਧਾਰਨ ਸਭ ਕੁਲ ਤਾਰਨ,
हर हर नाम ते आए। जी उदाहरण सब कुल तारन, हर हर नाम ते आए। जियां दा उधार करन वाला, कुलां नूं तारन वाला एक नाम ही आ। नानक नाम निरंजन गाइए, पाइए सर्व निधाना। कर किरपा जिस दे स्वामी, बिरले काहू जाना। जदों छेवें पातशाह जी ਝਬਾਲ पिंड तो अपनी पुत्री की शादी करके गोइंदवाल साहिब आए हन, उत्थे उन्हां नूं बाबा सुंदर जी मिले। बाबा सुंदर जी ने गुरु महाराज दे नाल जाके उन्हां नूं धार्मिक स्थानां दे दर्शन करवाए। बौली साहिब दे दर्शन, ਉਹ ਚੁਬਾਰਾ जिथे बाबा मोहन जी बहिंदे सी, जिथों पोथियां मिलियां सन गुरु ग्रंथ साहिब जी दियां, ਉਹਦੇ दर्शन। गुरु अमरदास जी जिथे बैठ के अखां मीट के बंदगी करते सी, ਉਹ जगह के दर्शन। नाले जगह के दर्शन नाले नाल इतिहास भी दसिया। गुरु हरगोबिंद साहिब जी कहते बाबा सुंदर जी तुसी धन हो, ਵੱਡੇ ਭਾਗ ਨੇ ਤੁਹਾਡੇ, ਜਿਨ੍ਹਾਂ ਨੇ ਬਾਬਾਣੀਆਂ ਕਹਾਣੀਆਂ, ਜਿਨ੍ਹਾਂ ਨੇ ਬਾਬੇ ਦਾ ਇਤਿਹਾਸ ਯਾਦ ਰੱਖਿਆ ਵਾ, ਗੁਰੂਆਂ ਦੀਆਂ ਗੱਲਾਂ ਨੂੰ ਯਾਦ ਰੱਖਿਆ ਤੇ ਸਾਡੇ ਨਾਲ ਸਾਂਝ ਪਾਈ ਆ। ਸਾਨੂੰ ਕਈਆਂ ਨੇ ਸਾਨੂੰ ਸੁਣਾਈਆਂ ਨੇ। ਇਸ ਕਰਕੇ ਕਹਿੰਦੇ ਤੁਹਾਡੇ ਵੱਡੇ ਭਾਗ ਨੇ। ਬਾਬਾ ਸੁੰਦਰ ਜੀ ਤੁਸੀਂ ਗੁਰਬਾਣੀ ਦੇ ਅਰਥਾਂ ਨੂੰ ਸਮਝਿਆ, इतिहास की कथा नूं आपदे हिरदे च साਂਭ रखिया, अज ही तां ही सानूं सुना सके। बड़ा ही शुक्र कीता। सो कहण दा भाव ऐसे जिहड़े प्यारे हुंदे ने, आप भी तरदे ने, आपदियां कुलां नूं भी तारदे ने। नानक नाम निरंजन गाइए, पाइए सर्व निधाना। परमात्मा दा नाम ऐसा निरंजन, अंजन हुंदा कालख, निरंजन हुंदा कालख तो परे। वाहिगुरु दा जिहड़ा नाम है ना, वो कालख तो रहता। ऐसा नाम निरंजन होए, परमात्मा दा नाम कालख तो रहता। जे को मन जाने मन कोई, पर जे कोई इनू मन दे विच मन्ने, फिर जे मन लवे, पाइए सर्व निधाना, तो खजाने की प्राप्ति होंदी है, सारे तरह के खजाने। कर किरपा जिस दे स्वामी, बिरले काहू जाना। जिते किरपा होंदी है उन्होंने ये दातां मिलदियां। हर बंदे दे बस की गल नहीं होंदी, विरले ने जिन्होंने ये नाम की बख्शिश होंदी है। गुरु बहुत तरीके नाल समझाउंदा सानू, ते रब दे प्यारे समझाउंदे ने। उन्हां दे कहण दा अंदाज कुछ होर हुंदा। असीं एक दूजे नूं समझाउने आ, असीं आप अधूरे हुंदे आ, गल असर नहीं करदी। कहंदे हुंदे ने सलाह उसे गल दी देनी चाहीदी आ दूजे नूं जिहड़ी तुसीं आप कमाई होवे, आप मन्नी होवे। जिवें एक महापुरुष सन ते उन्हां दे कोल एक बीबी अपना बच्चा लैके आई। कहते जी महात्मा जी इनू एक आदत पै गई आ ज़्यादा गुड़ खाण की, इनू हटा दिओ। उन्हें आख्या सी 15 दिनों बाद लैके आए। 15 दिनों बाद लैके आए बच्चे नू। माता ने सोचा पता नहीं हुण की करनगे। सामने बिठाया बच्चे नू, कहण लगे अखां चखां पा के गुड़ खाना चंगी गल आ, पर ज़्यादा खाना बच्चे दंदां वास्ते हानिकारक आ, इस करके इन्ना ना खाया कर, ये आदत छड्ड दे। फिर कहंदे बच्चे नूं लै जाओ। वो बीबी बड़ी हैरान हुई, कहंदे गल तुसीं 15 दिनों बाद आख रहे हो, जिदन मैं लैके आई सी ते उदन कह दिंदे। कहंदे नहीं, उदन मैं नहीं सी कह सकदा, उदन मैं खुद गुड़ खाण दा एक आदी सी, मैनू आदत सी गुड़ खाण दी, मैं आप आदी सी, उदों मैनू आप हैबिट सी इसकी, मैं छड्ड नहीं सी सकदा। पहला 15 दिनों में मैं आदत छड्डी आ, फिर जाके इनू मैं कह रहा हुण असर भी होऊगा।
ਇਸ ਕਰਕੇ ਗਿਆਨ ਧਿਆਨ ਬਹੁਤ ਆ, ਗੱਲਾਂ ਬਹੁਤ ਨੇ, ਅਸਰ ਘੱਟ ਆ, ਕਾਰਨ ਸਮਝਾਉਣ ਵਾਲੇ ਅਧੂਰੇ ਨੇ, ਸਿਖਾਉਣ ਵਾਲੇ ਪੂਰੇ ਨਹੀਂ, ਕਹਿਣ ਵਾਲੇ ਆਪ ਕਰਨੀ ਦੇ ਪੂਰੇ ਨਹੀਂ। ਇਸ ਕਰਕੇ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਇੱਦਾਂ ਇੱਕ ਸੂਫੀਆਂ ਦੀ ਗਾਥਾ ਹੈ ਜਿਹਦੇ ਵਿੱਚ ਪਤਾ ਲੱਗਦਾ ਵੀ ਗੁਰੂ ਦੀ ਕਹੀ ਹੋਈ ਗੱਲ ਅਸਰ ਕਰਦੀ ਆ। ਬਾਕੀ ਤੁਹਾਡੀਆਂ ਮੇਰੀਆਂ ਸਭ ਦੀਆਂ ਗੱਲਾਂ ਖੜਕਾ ਨੇ, ਖਾਲੀ ਬੰਦੂਕ ਹੁੰਦੀ ਆ, ਖੜਕਾ ਬਹੁਤ ਕਰਦੀ ਆ, ਮਾਰ ਨਹੀਂ ਕਰਦੀ। ਖਾਲੀ ਬੰਦੂਕ ਹੋਵੇ, ਉਹਦੇ ਵਿੱਚ ਰੌਂਦ ਨਾ ਹੋਣ, ਬਰੂਦ ਨਾ ਹੋਵੇ, ਚੱਲੇਗੀ ਨਹੀਂ, ਖੜਕਾ ਬਹੁਤ ਕਰੇਗੀ, ਮਾਰ ਵੀ ਨਹੀਂ ਕਰੇਗੀ, ਖੜਕਾ ਕਰੇਗੀ। ਬੰਦਗੀ ਤੋਂ ਵੀ ਹੁਣੇ ਬੰਦਿਆਂ ਦੇ ਲੋਕ ਜਿਹੜੇ ਨੇ, ਉਹਨਾਂ ਦੇ ਬੋਲ ਜਿਹੜੇ ਨੇ ਉਹ ਖੜਕਾ ਹੀ ਕਰਦੇ, ਅਸਰ ਨਹੀਂ ਕਰਦੇ ਹੁੰਦੇ। ਕਿਹਾ ਜਾਂਦਾ ਇੱਕ ਕਹਾਣੀ ਆ, ਕਹਿੰਦੇ ਇੱਕ ਚਰਵਾਹਾ ਸੀ, ਭੇਡਾਂ ਚਾਰਦਾ ਹੁੰਦਾ ਸੀ, ਬੱਕਰੀਆਂ ਚਰਾਉਂਦਾ ਹੁੰਦਾ ਸੀ। ਉਹਦੀ ਜਿਹੜੀ ਪਤਨੀ ਸੀ ਨਾ, ਉਹ ਖਾਣਾ ਲੈ ਕੇ ਆਉਂਦੀ ਹੁੰਦੀ ਸੀ ਉਹਦੇ ਵਾਸਤੇ ਰੋਜ਼ ਹੀ। ਇੱਕ ਦਿਨ ਚਰਾ ਰਿਹਾ, ਦੁਪਹਿਰ ਹੋ ਗਈ, ਦੁਪਹਿਰ ਤੋਂ ਵੀ ਉੱਪਰ ਸਮਾਂ ਲੰਘ ਗਿਆ, ਪਰ ਪਤਨੀ ਉਹਦੀ ਆਈ ਨਹੀਂ, ਭੋਜਨ ਲੈ ਕੇ ਨਹੀਂ ਪਹੁੰਚੀ। ਸੋਚਣ ਲੱਗਾ ਕਿਉਂ ਨਾ ਘਰ ਦੇ ਵਿੱਚ ਜਾਵਾਂ, ਦੇਖਾਂ ਵੀ ਕਾਸ਼ ਕੁਝ ਹੋ ਨਾ ਗਿਆ ਹੋਵੇ, ਬਿਮਾਰ ਨਾ ਹੋ ਗਈ ਹੋਵੇ ਕਿਤੇ, ਲੇਟ ਕਿਉਂ ਹੋ ਗਈ, ਇਹ ਕਦੇ ਲੇਟ ਨਹੀਂ ਹੁੰਦੀ। ਤਾਂ ਉਹਨੇ ਦੇਖਿਆ ਮੈਂ ਬੱਕਰੀਆਂ ਭੇਡਾਂ ਕਿਹਦੇ ਕੋਲ ਛੱਡ ਕੇ ਜਾਊਂਗਾ ਆਪਦੀਆਂ, ਕਿਹਦੇ ਸਹਾਰੇ। ਤੇ ਉਹਨੇ ਇੱਕ ਟਾਹਣੀ ਤੇ ਇੱਕ ਬੰਦਾ ਸੀ, ਉਹ ਬੈਠਾ ਸੀ, ਉਹ ਦਰਖਤ ਕੱਟ ਰਿਹਾ ਸੀ। ਉਹਦੇ ਕੋਲ ਜਾ ਕੇ ਆਖਿਆ, ਕਹਿਣ ਲੱਗਾ, ਇਹ ਪਿਆਰੇ ਮੈਂ ਘਰੇ ਜਾ ਰਿਹਾ, ਇਹ ਸੱਜਣ ਤੂੰ ਮੇਰੀਆਂ ਭੇਡਾਂ ਦਾ ਖਿਆਲ ਰੱਖੀ, ਮੈਂ ਹੁਣੇ ਹੀ ਅੱਧੇ ਕੁ ਘੰਟੇ ਵਿੱਚ ਵਾਪਸ ਆ ਜਾਊਂਗਾ। ਮੈਂ ਉਹਦੀ ਪਤਨੀ ਕੋਲ ਚੱਲਿਆ, ਉਹ ਆਈ ਨਹੀਂ, ਰੋਟੀ ਲੈ ਕੇ ਪੁੱਛਣ ਚੱਲਿਆ ਕੀ ਗੱਲ ਹੋ ਗਈ। ਉਹ ਉਹਨਾਂ ਨੂੰ ਸੁਣਦਾ ਨਹੀਂ ਸੀ, ਉਹ ਬਹਿਰਾ ਸੀ, ਸੁਣਦਾ ਹੀ ਨਹੀਂ ਸੀ, ਬੋਲਾ ਸੀ, ਕੰਨਾਂ ਤੋਂ ਕੁਝ ਸੁਣਿਆ ਨਹੀਂ। ਉਹਨੇ ਆਖਿਆ, ਇਸ਼ਾਰਾ ਕੀਤਾ, ਇਹ ਜਿਹੜਾ ਆਜੜੀ ਸੀ ਤੇ ਇਹਨੂੰ ਉਹਨੇ ਆਖਿਆ, ਜਾ ਮੇਰੇ ਕੋਲ ਸਮਾਂ ਨਹੀਂ ਵਾਧੂ ਗੱਲਾਂ ਦਾ, ਮੈਂ ਦੱਸਦਾ ਦਰਖਤ ਕੱਟਣਾ, ਟਾਹਣਾ ਕੱਟਣ ਦੇ ਵਿੱਚ ਵਿਅਸਤ ਹਾਂ, ਤੇਰੀਆਂ ਗੱਲਾਂ ਸੁਣਨ ਵਾਸਤੇ ਮੇਰੇ ਕੋਲ ਟਾਈਮ ਨਹੀਂ। ਇਹ ਆਜੜੀ ਵੀ ਜਿਹੜਾ ਸੀ ਨਾ, ਇਹਨੂੰ ਵੀ ਉੱਚੀ ਸੁਣਦਾ ਸੀ, ਇਹਨੂੰ ਵੀ ਲੱਗਾ ਵੀ ਉਹ ਕਹਿ ਰਿਹਾ ਤੂੰ ਜਾ, ਮੈਂ ਤੇਰੀਆਂ ਭੇਡਾਂ ਦਾ ਬੱਕਰੀਆਂ ਦਾ ਖਿਆਲ ਰੱਖ ਲੂੰਗਾ, ਤੂੰ ਮਿਲਿਆ, ਚੱਲਿਆ ਜਾ। ਇਹ ਆ ਗਿਆ ਔਰ ਉਹਨੇ ਆਖਿਆ ਸੀ ਵੀ ਤੂੰ ਜਾ, ਮੇਰੇ ਕੋਲ ਸਮਾਂ ਨਹੀਂ ਤੇਰੀਆਂ ਗੱਲਾਂ ਨੂੰ ਸੁਣਨ ਦਾ। ਇਹ ਆ ਗਿਆ ਘਰੇ, ਪਤਨੀ ਨੂੰ ਆ ਕੇ ਮਿਲਦਾ, ਪੁੱਛਿਆ ਤੂੰ ਅੱਜ ਆਈ ਕਿਉਂ ਨਹੀਂ, ਭੋਜਨ ਲੈ ਕੇ ਮੈਨੂੰ ਭੁੱਖ ਲੱਗੀ ਸੀ। ਉਹਨੇ ਆਖਿਆ ਮੈਂ ਕੰਮਾਂ ਵਿੱਚ ਇੰਨੀ ਵਿਅਸਤ ਹੋ ਗਈ, ਮੈਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਿਆ, ਮੈਂ ਮਾਫੀ ਚਾਹੁੰਦੀ ਹਾਂ। ਇਹ ਦਵਾ ਦਵ ਛੇਤੀ ਵਾਪਸ ਆਇਆ, ਕਿਤੇ ਮੇਰੀਆਂ ਬੱਕਰੀਆਂ ਭੇਡਾਂ ਨੂੰ ਕੋਈ ਖਾ ਹੀ ਨਾ ਜਾਵੇ ਜਾਨਵਰ। ਆਇਆ ਵਾਪਸ, ਸਾਰੀਆਂ ਗਿਣੀਆਂ ਸਹੀ ਨੇ, ਬਹੁਤ ਖੁਸ਼ ਹੋਇਆ ਤੇ ਧੰਨਵਾਦ ਕੀਤਾ ਉਹ ਬੰਦੇ ਦਾ। ਇਹਨੂੰ ਲੱਗ ਰਿਹਾ ਵੀ ਉਹਨੇ ਇਹਦੀ ਦੇਖ ਰੇਖ ਕੀਤੀ ਆ, ਪਰ ਉਹ ਤਾਂ ਆਪਦੇ ਧਿਆਨ 'ਚ ਮਗਨ ਸੀ। ਦੋਨੋਂ ਹੀ ਬੋਲੇ ਨੇ ਨਾ, ਸੁਣਦਾ ਨਹੀਂ ਕਿਸੇ ਨੂੰ, ਉੱਚੀ ਬਹੁਤ ਸੁਣਦਾ ਹੈ। ਇਸ ਕਰਕੇ ਕਹਿੰਦਾ ਇਹਦਾ ਧੰਨਵਾਦ ਕਰੀਏ। ਇਹਦੇ ਕੋਲ ਇੱਕ ਲੰਗੜੀ ਭੇਡ ਸੀ ਇੱਜੜ ਦੇ ਵਿੱਚ, ਕਹਿੰਦਾ ਫੋਕਾ ਧੰਨਵਾਦ ਕੀ ਕਰਨਾ, ਕਿਉਂ ਨਾ ਇਹਨੂੰ ਇਹ ਦੇ ਦਈਏ, ਇਹ ਜਿਹੜੀ ਲੰਗੜੀ ਭੇਡ ਆ ਇਹਨੂੰ ਦੇ ਦਾਂਗੇ ਤੇ ਧੰਨਵਾਦ ਕਰ ਦਿੰਦੇ ਆ। ਤੇ ਉਹਦੇ ਕੋਲ ਚਲਿਆ ਗਿਆ, ਉਹਨੂੰ ਲੰਗੜੀ ਭੇਡ ਹੱਥ ਵਿੱਚ ਚੁੱਕੀ ਹੋਈ ਆ, ਗੋਦੀ ਦੇ ਵਿੱਚ ਫੜਾ ਕੇ ਕਹਿਣ ਲੱਗਾ, ਆ ਲੈ, ਆ ਮੈਂ ਤੈਨੂੰ ਤੋਹਫੇ 'ਚ ਦਿੰਨਾ, ਤੂੰ ਮੇਰੀਆਂ ਭੇਡਾਂ ਦਾ ਬਹੁਤ ਖਿਆਲ ਰੱਖਿਆ, ਜਾਨਵਰ ਨੇ ਕਿਸੇ ਨੇ ਵੀ ਨਹੀਂ ਖਾਧਾ, ਸਾਰੀਆਂ ਪੂਰੀਆਂ ਨੇ। ਉਹ ਵੀ ਬੋਲਾ ਸੀ, ਇਹ ਵੀ। ਉਹ ਕਹਿਣ ਲੱਗਾ, ਦੇਖ ਤੂੰ ਕਹਿੰਦਾ ਵੀ ਮੈਂ ਤੇਰੀ ਭੇਡ ਲੰਗੜੀ ਕੀਤੀ ਆ, ਤੂੰ ਇਹ ਮੇਰੇ ਤੇ ਦੋਸ਼ ਲਾਉਣਾ। ਉਹ ਪਿੱਛੇ ਨੂੰ ਧੱਕਦਾ ਹੈ ਭੇਡ ਨੂੰ ਵੀ ਮੈਂ ਨਹੀਂ ਇਹ ਲੈਣੀ, ਤੂੰ ਮੇਰੇ ਤੇ ਦੋਸ਼ ਲਾਉਣਾ। ਇਹ ਕਹਿ ਰਿਹਾ ਵੀ ਤੂੰ ਲੈ ਲਾ ਭੇਡ, ਮੈਂ ਤੈਨੂੰ ਤੋਹਫੇ 'ਚ ਦਿੰਦਾ। ਬਹੁਤ ਰੌਲਾ ਪੈ ਰਿਹਾ, ਕਾਰਨ ਦੋਨੋਂ ਹੀ ਬੋਲੇ ਨੇ, ਸੁਣ ਹੀ ਨਹੀਂ ਰਹੇ ਇੱਕ ਦੂਜੇ ਦੀ।
ਇੰਨੇ ਸਮੇਂ ਦੇ ਵਿੱਚ ਉੱਥੇ ਇੱਕ ਘੋੜ ਸਵਾਰ ਆ ਗਿਆ, ਉਹ ਚੋਰ ਆ। ਉਹਨੇ ਕਿਸੇ ਦਾ ਘੋੜਾ ਚੋਰੀ ਕੀਤਾ। ਕਮਾਲ ਦੀ ਗੱਲ ਇਹ ਹੋਈ, ਕੁਦਰਤੀ ਤੌਰ ਤੇ ਉਹ ਵੀ ਬੋਲਾ ਹੀ ਆ, ਉਹਨੂੰ ਵੀ ਸੁਣਦਾ ਨਹੀਂ। ਇਹਨਾਂ ਨੇ ਨਾ ਫੜ ਕੇ ਉਹਨੂੰ ਖਿੱਚ ਲਿਆ। ਆਉਂਦੇ ਨੂੰ ਦੇਖਿਆ, ਕਹਿੰਦੇ ਸਾਡਾ ਫੈਸਲਾ ਕਰਕੇ ਜਾ। ਆ ਜਿਹੜੀ ਕਹੇ ਮੈਂ ਇਹਨੂੰ ਭੇਡ ਦੇ ਰਿਹਾ, ਲੈ ਨਹੀਂ ਰਿਹਾ। ਉਹ ਕਹੇ ਭੇਡ ਮੈਂ ਲੰਗੜੀ ਨਹੀਂ ਕੀਤੀ, ਇਹ ਮੇਰੇ ਤੇ ਦੋਸ਼ ਲਾ ਰਿਹਾ। ਇਹਨੂੰ ਕਿਹੜਾ ਸੁਣਦਾ ਸੀ, ਇਹਨੂੰ ਲੱਗਾ ਵੀ ਇਹ ਘੋੜੇ ਦੇ ਮਾਲਕ ਹੋਣਗੇ ਜਿਨ੍ਹਾਂ ਨੇ ਮੈਨੂੰ ਖਿੱਚ ਕੇ ਤਾਰ ਲਿਆ। ਉਹ ਕਹਿੰਦਾ ਘੋੜਾ ਜਿਹਦਾ ਹੈ ਦੋਨਾਂ ਚੋਂ ਲੈ ਲਓ, ਮੇਰਾ ਖਹਿੜਾ ਛੱਡੋ। ਇੰਨਾ ਰੌਲਾ ਉੱਥੇ ਪੈ ਰਿਹਾ। ਤਿੰਨੋਂ ਹੀ ਬੋਲੇ ਨੇ ਮਹਾਂਪੁਰਸ਼ ਕਹਿੰਦੇ, ਲਿਖਣ ਵਾਲੇ ਸਾਖੀ ਕਹਾਣੀ ਕਹਿੰਦੇ ਤਿੰਨੋਂ ਹੀ ਬੋਲੇ ਆ, ਇੱਕ ਦੂਜੇ ਦੀ ਨਹੀਂ ਸੁਣ ਰਹੇ। ਇਹੀ ਬੰਦੇ ਦਾ ਹਾਲ ਆ। ਕਹਿੰਦੇ ਇੱਕ ਦੂਜੇ ਨੂੰ ਸਮਝਾ ਰਹੇ ਆ, ਸੁਣਦਾ ਇੱਥੇ ਕੋਈ ਕਿਸੇ ਦੀ ਨਹੀਂ, ਸਾਰੀ ਦੁਨੀਆ ਹੀ ਬੋਲਿਆਂ ਦੀ ਆ। ਬਹੁਤ ਇੱਕ ਦੂਜੇ ਨੂੰ ਕਹਿੰਦੇ ਆ, ਬਹਿਰੇ ਨੇ ਸਭ ਸੁਣਦੇ ਨਹੀਂ। ਕਹਿੰਦੇ ਫਿਰ ਉੱਥੇ ਨਾ ਇੱਕ ਸੂਫੀ ਮਹਾਂਪੁਰਸ਼ ਆ ਗਏ। ਉਹਨਾਂ ਨੇ ਪਰ ਆਖਿਆ ਸੀ ਮੈਂ ਬੋਲਣਾ ਨਹੀਂ, ਮੌਨ ਧਾਰ ਕੀਤਾ ਹੋਇਆ ਸੀ। ਕੁਝ ਸਮੇਂ ਲਈ, 1 ਮਹੀਨੇ ਲਈ, 2 ਮਹੀਨੇ ਲਈ ਕਹਿੰਦੇ ਸੀ ਮੈਂ ਮੌਨੀ ਬਣ ਕੇ ਰਹਾਂਗਾ, ਮੂੰਹ ਤੋਂ ਨਹੀਂ ਕੁਝ ਕਹਾਂਗਾ। ਉਹਨਾਂ ਨੇ ਸਾਰੀ ਗੱਲ ਸਮਝੀ ਪਹਿਲਾਂ ਆ ਕੇ ਵੀ ਇਹ ਲੜ ਕਿਉਂ ਰਹੇ ਨੇ, ਇੰਨਾ ਉੱਚੀ ਉੱਚੀ ਬੋਲ ਰਹੇ ਨੇ, ਪਰ ਸਾਰਾ ਕੁਝ ਜਾਣ ਗਏ, ਪਰ ਹੁਣ ਬੋਲ ਨਹੀਂ ਸੀ ਸਕਦੇ। ਸਮਝ ਤਾਂ ਗਏ, ਸਮਝਾ ਨਹੀਂ ਸੀ ਸਕਦੇ। ਫਿਰ ਉਹਨਾਂ ਕੀ ਕੀਤਾ, ਨੇੜੇ ਗਏ ਆਜੜੀ ਦੇ, ਅੱਖਾਂ ਵਿੱਚ ਅੱਖਾਂ ਪਾਈਆਂ, ਅੱਖਾਂ ਦੇ ਨਾਲ ਹੀ ਸਮਝਾਤਾ। ਆਜੜੀ ਜਿਹੜਾ ਸੀ, ਜਦੋਂ ਉਹਨੇ ਅੱਖਾਂ ਵਿੱਚ ਦੇਖਿਆ ਰੱਬ ਦੇ ਪਿਆਰਿਆਂ ਦੇ, ਦੇਖ ਨਹੀਂ ਪਾਇਆ, ਬੜਾ ਤੇਜ਼ ਸੀ। ਜਾਪ ਦਾ, ਇਬਾਦਤ ਦਾ, ਕੀਤੀ ਬੰਦਗੀ ਦਾ ਦੇਖਿਆ ਨਹੀਂ ਸੀ ਜਾਂਦਾ। ਆਪਦੀਆਂ ਭੇਡਾਂ ਚੁੱਕੀਆਂ ਤੇ ਇੱਜੜ ਹੱਕ ਕੇ ਵਾਪਸ ਲੈ ਗਿਆ, ਜਿੱਥੋਂ ਆਇਆ ਸੀ ਉਧਰ ਨੂੰ ਤੁਰ ਗਿਆ। ਇਹ ਟਾਣਾ ਵੱਢਣ ਵਾਲਾ ਜਿਹੜਾ ਸੀ ਲੱਕੜਹਾਰਾ, ਇਹ ਦਰਖਤ ਤੇ ਚੜ ਗਿਆ। ਮਹਾਂਪੁਰਸ਼ਾਂ ਦੀਆਂ ਅੱਖਾਂ 'ਚ ਦੇਖਿਆ ਨਹੀਂ ਸੀ ਜਾਂਦਾ। ਤੀਜਾ ਘੋੜਾ ਭਜਾ ਕੇ ਲੈ ਗਿਆ, ਉਹ ਤੋਂ ਵੀ ਦੇਖਿਆ ਨਹੀਂ ਗਿਆ। ਜਿਹੜੀ ਗੱਲ ਬੋਲੇ ਨਹੀਂ ਸਮਝਾ ਸਕੇ, ਬੋਲ ਕੇ ਉਹ ਮਹਾਂਪੁਰਸ਼ਾਂ ਨੇ ਝਾਕ ਕੇ ਦੇਖ ਕੇ ਸਮਝਾ ਦਿੱਤੀ। ਜਿਹੜੀ ਗੱਲ ਤਿੰਨਾਂ ਤੋਂ ਸਮੱਸਿਆ ਉਲਝੀ ਰਹੀ, ਸੁਲਝੀ ਨਹੀਂ ਨਾ, ਉਹ ਰੱਬ ਦੇ ਪਿਆਰਿਆਂ ਨੇ ਦੇਖ ਕੇ ਸਮਝਾ ਦਿੱਤੀ। ਗੁਰੂ ਤੁਹਾਡੇ ਵੱਲ ਦੇਖਦਾ ਹੈ, ਗੁਰੂ ਤੁਹਾਡੇ ਵੱਲ ਵੇਖਦਾ ਹੈ ਸਦਾ ਹੀ, ਕਹੇ ਚਾਹੇ ਨਾ ਕੁਝ ਤਾਂ ਵੀ ਸਮਝਾ ਰਿਹਾ। ਗੁਰੂ ਮਹਾਰਾਜ ਐਸੇ ਨੇ, ਕਹਿਣ ਚਾਹੇ ਨਾ ਕੁਝ ਤੇ ਨਾ ਕਹਿ ਕੇ ਵੀ ਬੜਾ ਕੁਝ ਕਹਿ ਦਿੰਦੇ ਨੇ, ਐਸੇ ਹੁੰਦੇ ਨੇ। ਸਾਡੀ ਕਹਾਣੀ ਇਹਨਾਂ ਬੋਲਿਆਂ ਵਰਗੀ ਆ। ਅਸੀਂ ਇੱਕ ਦੂਜੇ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ, ਦੁਪਹਿਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਤੋਂ ਲੈ ਕੇ ਸਵੇਰ ਤੱਕ ਬੜਾ ਕੁਝ ਕਹਿੰਦੇ ਹਾਂ, ਸਮਝਾਉਂਦੇ ਹਾਂ। ਨਾ ਤਾਂ ਸੁਣਨ ਵਾਲੇ ਸਮਝਦੇ ਨੇ, ਨਾ ਕਹਿਣ ਵਾਲੇ ਸਮਝਦੇ ਨੇ। ਅਧੂਰੇ ਹਾਂ, ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ। ਪੂਰੇ ਗੁਰ ਕਾ ਸੁਨੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਪੂਰਾ ਕੌਣ ਹੈ? ਗੁਰੂ। ਸਾਡੀਆਂ ਕਈਆਂ ਹੋਈਆਂ ਗੱਲਾਂ ਅਸਰ ਨਹੀਂ ਕਰਦੀਆਂ। ਕਾਰਨ ਕੀ ਆ? ਖਾਲੀ ਬੰਦੂਕ ਖੜਕਾ ਹੀ ਕਰਦੀ ਆ, ਮਾਰ ਨਹੀਂ ਕਰਦੀ। ਇਹ ਗੱਲ ਹੈ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ, ਵਿਰਲੇ ਕਾਹੂ ਜਾਨਾ। ਉਹ ਵਿਰਲੇ ਹੀ ਆ, ਉਹ ਜਿਨ੍ਹਾਂ ਨੂੰ ਸੁਆਮੀ ਜੀ ਆਪਣਾ ਗਿਆਨ, ਸੋਝੀ, ਸਮਝ ਬਖਸ਼ਦਾ। ਨਹੀਂ, ਬਹੁਤੇ ਲੋਕ ਇੱਥੇ ਨੇ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਉੱਚਾ ਖਵਾਉਂਦੇ ਨੇ, ਪਰ ਦਰਅਸਲ ਉਹ ਬੜੇ ਨੀਵੇਂ ਨੇ। ਇੱਥੇ ਬੜੇ ਥੋੜੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਨੀਵਾਂ ਕਹਾਉਂਦੇ ਨੇ, ਪਰ ਅਸਲ ਦੇ ਵਿੱਚ ਉਹ ਉੱਚੇ ਨੇ। ਯੂਨਾਨ ਦੇ ਵਿੱਚ ਸੁਕਰਾਤ ਜੀ ਹੋਏ, ਬੜਾ ਹੀ ਇਬਾਦਤ ਵਾਲੀ ਰੂਹ, ਬੜੀ ਬੰਦਗੀ ਵਾਲੀ, ਗਿਆਨ ਦੀ ਸੂਲੀ ਤੇ ਲਟਕੇ। ਜਿਹਨੇ ਸੁਕਰਾਤ ਬਾਰੇ ਨਹੀਂ ਜਾਣਿਆ, ਵਿਦਵਾਨ ਕਹਿੰਦੇ ਨੇ ਜਿਹਨੇ ਸੁਕਰਾਤ ਨੂੰ ਨਹੀਂ ਪੜ੍ਹਿਆ, ਸਮਝ ਲਿਓ ਉਹਨੇ ਕੁਝ ਵੀ ਨਹੀਂ ਪੜ੍ਹਿਆ। ਘਰ ਦੇ ਵਿੱਚ ਸਨ, ਬੜੀ ਸ਼ਾਂਤੀ ਸੀ ਇਹਨਾਂ ਦੇ ਅੰਦਰ। ਇਹਨਾਂ ਦੀ ਪਤਨੀ ਸੀ ਜਿਨਥਿਪੇ, ਉਹਦਾ ਨਾਮ ਸੀ। ਬਹੁਤ ਸ਼ਾਂਤੀ ਸੀ ਸੁਕਰਾਤ ਵਿੱਚ, ਪਰ ਬੜੀ ਲੜਾਕੀ ਸੀ ਪਤਨੀ। ਇੱਕ ਦਿਨ ਪਰਾਤ ਧੋ ਰਹੀ ਸੀ, ਆਟਾ ਜਿਹ 'ਚ ਗੁੰਨਿਆ ਸੀ, ਉਹ ਧੋਣ ਲਿਆ ਕੇ
ਸੁਕਰਾਤ ਦੇ ਸਿਰ 'ਚ ਪਾ ਦਿੱਤਾ। ਸੁਕਰਾਤ ਦੇ ਸਾਥੀ ਕੁਝ ਹੋਰ ਖੋਜੀ ਕੋਲ ਬੈਠੇ ਸਨ। ਪੁੱਛਿਆ ਸੁਕਰਾਤ, ਉਹਨੇ ਲਿਆ ਕੇ ਧੂਣ ਤੇਰੇ ਸਿਰ ਵਿੱਚ ਪਾ ਦਿੱਤਾ, ਗੰਦਾ ਪਾਣੀ, ਮੈਲਾ ਪਾਣੀ, ਪਰ ਤੂੰ ਕੁਝ ਬੋਲਿਆ ਕਿਉਂ ਨਹੀਂ? ਉਹ ਕਹਿੰਦਾ ਅਸਲ ਦੇ ਵਿੱਚ ਇਹੀ ਤਾਂ ਹੈਗੀ ਆ ਮੇਰੀ ਪਤਨੀ, ਜਿਹੜੀ ਕਿ ਮੇਰੀ ਅਧਿਆਪਕ ਆ, ਜਿਹੜੀ ਮੇਰੇ ਸਬਰ ਦੀ ਪਰਖ ਕਰਦੀ ਆ, ਜਿਹੜੀ ਵਾਰ-ਵਾਰ ਚੈੱਕ ਕਰਦੀ ਆ ਵੀ ਤੂੰ ਪੂਰਾ ਹੈਗਾ ਅਧੂਰਾ ਹੈ। ਵਾਰੀ-ਵਾਰੀ ਮੈਨੂੰ ਘੋਖਦੀ ਆ, ਪਰਖਦੀ ਆ ਵੀ ਕਿਤੇ ਮੈਨੂੰ ਕ੍ਰੋਧ ਤਾਂ ਨਹੀਂ ਆਉਂਦਾ, ਮੈਂ ਸ਼ਾਂਤ ਹਾਂ। ਇਹ ਵਾਰੀ-ਵਾਰੀ ਚੈੱਕ ਕਰਦੀ ਰਹਿੰਦੀ, ਇਸ ਕਰਕੇ ਮੈਂ ਇਹਨੂੰ ਆਪਦੀ ਮੁਰਸ਼ਦ ਮੰਨਦਾ ਹਾਂ, ਆਪਦੀ ਅਧਿਆਪਕਾ ਮੰਨਦਾ। ਇਹ ਮੈਨੂੰ ਸਿਖਾਉਂਦੀ ਆ ਕਿਵੇਂ ਸਬਰ 'ਚ ਰਹਿਣਾ। ਇਹ ਬਹੁਤ ਕ੍ਰੋਧ ਵਿੱਚ ਆ ਕੇ ਜਦੋਂ ਮੈਨੂੰ ਕੁਝ ਕਹਿੰਦੀ ਆ, ਮੈਂ ਕਹਿ ਦਿੰਦਾ ਕਿ ਸੁਕਰਾਤ, ਜੇ ਤੂੰ ਡੋਲ ਗਿਆ ਤਾਂ ਤੂੰ ਕਾਹਦਾ ਸੁਕਰਾਤ? ਤੇਰੀਆਂ ਪੜ੍ਹੀਆਂ ਹੋਈਆਂ ਚੀਜ਼ਾਂ, ਸੁਣੀਆਂ ਗੱਲਾਂ ਬੇਅਰਥੀਆਂ ਨੇ। ਐਸੇ ਐਸੇ ਸੱਜਣ ਹੋਏ ਨੇ। ਇੰਨੀ ਸ਼ਾਂਤੀ, ਇੰਨਾ ਸਬਰ, ਇੰਨਾ ਕੁ ਸਕੂਨ ਤਾਂ ਕਹਿਣਾ ਪਵੇਗਾ ਜਿੱਡਾ ਕਿ ਤੁਹਾਡਾ ਸਬਰ ਆ ਓਡੇ ਕਿ ਤੁਸੀਂ ਕਵੀ ਹੋ ਸਕਦੇ ਆ। ਜਿੱਡਾ ਕਿ ਤੁਹਾਡਾ ਸਬਰ ਆ ਓਡੇ ਕਿ ਤੁਸੀਂ ਸਿੱਖ ਹੋ ਸਕਦੇ ਆ। ਜਿੰਨਾ ਕਿ ਤੁਹਾਨੂੰ ਅੰਦਰ ਸੰਤੋਖ ਆ, ਗੁਣ ਨੇ, ਓਨੀਆਂ ਕੀ ਉਚਾਈਆਂ ਤੁਸੀਂ ਛੂਹ ਸਕਦੇ ਹੋ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ, ਐਸਾ ਨਾਮ ਜਿਹੜਾ ਨਿਰੰਜਨ ਆ, ਕਾਲਖ ਤੋਂ ਰਹਿਤਾ, ਇਹ ਫਿਰਤ ਫਿਰਤ ਭੇਟੇ ਜਨ ਸਾਧੂ। ਮੈਂ ਬਹੁਤ ਥਾਵਾਂ ਤੋਂ ਫਿਰਿਆ, ਪਹਿਲਾਂ ਧੋਖੇ ਖਾਧੇ, ਧੋਖੇ ਹੋਏ। ਕਾਰਨ ਧਰਮ ਦੀ ਦੁਨੀਆ 'ਚ ਪਖੰਡ ਬਹੁਤ ਆ। ਮਹਾਰਾਜ ਆਪ ਵੀ ਕਹਿੰਦੇ ਨੇ, ਕਰਮ ਧਰਮ ਪਖੰਡ। ਫਿਰ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬੰਨ੍ਹਣਾ। ਮੱਥੇ ਤੇ ਲੋਕ ਤਿਲਕ ਲਾ ਲੈਂਦੇ ਨੇ, ਹੱਥ ਵਿੱਚ ਮਾਲਾ ਫੜ ਲੈਂਦੇ ਨੇ। ਲੋਗਨ ਰਾਮ ਖਿਲਾਉਣਾ ਜਾਣਾ, ਬੱਚਿਆਂ ਦੀ ਖੇਡ ਸਮਝ ਲੈਂਦੇ ਨੇ ਰੱਬ ਨੂੰ। ਭਾਵ ਕੀ ਪਖੰਡ ਕਰਦੇ ਨੇ। ਓਏ ਹਰ ਕੇ ਸੰਤ ਨਾ ਆਖੀਏ, ਕਲ ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਲਪ ਮਾਲੀਆਂ, ਲੋਟੇ ਹੱਥ ਨੇ ਮੱਗ। ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ। ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ। ਇਸ ਕਰਕੇ ਕਹਿੰਦੇ ਨੇ ਉਹ ਬੰਦੇ ਸੰਤ ਨਹੀਂ ਹੈਗੇ, ਬਨਾਰਸ ਦੇ ਠੱਗ ਨੇ, ਜਿਹੜੇ ਬੜੇ ਮਸ਼ਹੂਰ ਹੋਏ, ਲੋਕਾਂ ਦੀਆਂ ਜੇਬਾਂ ਕੱਟ ਲੈਂਦੇ ਸੀ, ਖੜਿਆਂ ਦੀਆਂ ਪਤਾ ਨਹੀਂ ਸੀ ਲੱਗਣ ਦਿੰਦੇ, ਗੱਲਾਂ 'ਚ ਲੈ ਲੈਣਾ ਬੰਦੇ ਨੂੰ ਤੇ ਲੁੱਟ ਲੈਣਾ, ਗਲਤ ਪਾਸੇ ਲੈ ਜਾਣਾ। ਬਨਾਰਸ ਦੇ ਜਿਹੜੇ ਠੱਗ ਨੇ ਤੇ ਭਰਮਾ ਦੇਣਾ। ਐਸੇ ਸੰਤ ਨਾ ਮੋਹ ਕੋ ਭਾਵੈ, ਡਾਲਾ ਸਿਉ ਪੇਡਾ ਗਟਕਾਵੇ। ਇਹੋ ਜਿਹੇ ਬਹੁਤ ਨੇ। ਕਹਿਣਾ ਪਿਆ ਗੁਰੂ ਅਰਜਨ ਦੇਵ ਜੀ ਨੂੰ, ਫਿਰਤ ਫਿਰਤ ਭੇਟੇ ਜਨ ਸਾਧੂ। ਤੁਰ ਫਿਰ ਕੇ ਪਖੰਡੀਆਂ ਦੀ ਦੁਨੀਆ 'ਚੋਂ ਲੰਘ ਕੇ ਮੈਨੂੰ ਪੂਰੇ ਗੁਰੂ ਨਾਲ ਮੈਂ ਮਿਲਿਆ। ਰੱਬ ਦੇ ਪੂਰੇ ਪਿਆਰੇ ਮਸਾਂ ਮਿਲੇ ਨੇ। ਕਾਰਨ ਕੀ ਆ ਮਸਾਂ ਮਿਲੇ ਨੇ? ਪਹਿਲਾਂ ਪਖੰਡੀ ਬਹੁਤ ਨੇ। ਇੱਕ ਸੱਚਾ ਬੰਦਾ ਤੇ 99 ਪਖੰਡੀ ਨੇ। ਪਹਿਲਾਂ ਪਖੰਡੀ ਮਿਲਦੇ ਨੇ, ਫਿਰ ਉਹਨਾਂ ਵਿੱਚ ਦੀ ਹੋ ਕੇ ਇੱਕ ਮਿਲਦਾ ਕੋਈ। ਤਾਂ ਕਰਕੇ ਕਿਹਾ ਜਾਂਦਾ, ਕਹਿੰਦੇ ਧਰਮ ਦੀ ਦੁਨੀਆ 'ਚ ਜਿੰਨਾ ਪਖੰਡ ਹੈ, ਧਰਮ ਦੀ ਦੁਨੀਆ ਹੈ ਬੜੀ ਸੋਹਣੀ ਆ, ਜਿਹੜੀ ਸੱਚੇ ਰਾਹ ਤੇ ਤੁਹਾਨੂੰ ਲੈ ਕੇ ਜਾਂਦੀ ਆ। ਪਰ ਇਹਦੇ ਵਿੱਚ ਸਹੀ ਰਾਹ ਦਿਖਾਉਣ ਵਾਲੇ ਇੱਕ ਅੱਧਾ ਹੀ ਆ ਕੋਈ। 13 ਜਨ ਏਕ ਆਧ ਕੋਈ। ਬਾਕੀ ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ। ਕਹਿੰਦੇ ਵਿਗਿਆਨੀ ਹੁੰਦੇ ਨੇ, ਜਿਵੇਂ ਕਿ ਆਇਨਸਟਾਈਨ ਹੋਇਆ ਜਾਂ ਹੋਰ ਨੇ, ਇਹਨਾਂ ਨੇ ਕੀ ਕਰਨਾ, ਥੋਮਸ ਐਡੀਸਨ ਹੋਇਆ ਜਿਵੇਂ, ਜੇ ਤਾਂ ਜਿਹੜੀ ਗੱਲ ਇਹਨਾਂ ਨੂੰ ਲੱਭ ਗਈ, ਇਹਨਾਂ ਨੇ ਕਹਿਣੀ ਵੀ ਇਹ ਸਾਨੂੰ ਮਿਲੀ ਆ, ਇਹਨਾਂ ਨੇ ਜ਼ਾਹਰ ਕਰ ਦੇਣੀ। ਜਿਹੜੀ ਗੱਲ ਨਹੀਂ ਲੱਭੀ, ਇਹਨਾਂ ਨੇ ਕਹਿਣਾ ਅਸੀਂ ਨਾ ਇਹਦੇ ਵਿੱਚ ਸਫਲ ਨਹੀਂ ਹੋਏ, ਇਹ ਸ਼ਰਮ ਨਹੀਂ ਮਹਿਸੂਸ ਕਰਦੇ। ਜੇ ਅਸਫਲ ਹੋ ਗਏ, ਇਹਨਾਂ ਨੇ ਕਹਿਣਾ ਨਹੀਂ ਅਸੀਂ ਪੂਰੇ ਨਹੀਂ ਹੋਏ ਇਹਦੇ ਵਿੱਚ। ਜੇ ਪੂਰੇ ਹੋ ਗਏ, ਇਹਨਾਂ ਨੇ ਕਹਿਣਾ ਹਾਂ ਆਹ ਚੀਜ਼ ਸਾਨੂੰ ਆਉਂਦੀ ਆ। ਧਰਮ ਦੀ ਦੁਨੀਆ 'ਚ ਕਹਿੰਦੇ ਐਵੇਂ ਨਹੀਂ ਹੈਗਾ। ਜਿਹੜਾ ਬੰਦਾ ਅਧੂਰਾ ਵਾ, ਉਹ ਕਹਿੰਦਾ ਮੈਂ ਪੂਰਾ ਵਾਂ, ਉਹ ਮੰਨਦਾ ਨਹੀਂ, ਰਾਜ਼ੀ ਨਹੀਂ ਹੈਗਾ। ਜਿਹੜਾ ਬੰਦਾ ਇੱਥੇ ਪੂਰਾ ਵਾ, ਉਹ ਆਪਦੇ ਆਪ ਨੂੰ ਲੁਕਾਉਂਦਾ। ਜਿਨ ਹਰ ਪਾਇਓ ਤਿਨੈ ਛਪਾਇਓ। ਜਿਹਨੇ ਪਾ ਲਿਆ ਉਹ ਤਾਂ ਲੁਕਾਉਂਦਾ, ਜਿਹਨੇ ਪਾਇਆ ਨਹੀਂ ਕੁਝ, ਜਾਣਦਾ ਨਹੀਂ, ਉਹ ਦਿਖਾਉਂਦਾ। ਇਹਦੀ ਉਦਾਹਰਨ ਆਪਾਂ ਐਵੇਂ ਲੈ ਸਕਦੇ ਹਾਂ,
ਜਿਵੇਂ ਕਿ ਬਾਬੇ ਬਕਾਲੇ, ਇਤਿਹਾਸਕ ਘਟਨਾ ਹੈ ਗੁਰੂ ਮਹਾਰਾਜ ਦੀ। ਮੱਖਣ ਸ਼ਾਹ ਲੁਬਾਣਾ ਜੀ ਦਾ ਜਦੋਂ ਜਹਾਜ਼ ਡੁੱਬਿਆ, ਉਹਨਾਂ ਅਰਦਾਸਾਂ ਕੀਤੀਆਂ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਜੀ ਜੋ ਵੀ ਹੈਗੇ ਨੇ, ਮੇਰੀ ਰੱਖਿਆ ਕਰੋ, ਮੇਰਾ ਬੇੜਾ ਪਾਰ ਲਾਓ, ਮੈਂ ਤੁਹਾਡੇ ਕੋਲ ਆਵਾਂਗਾ, ਇੰਨੀਆਂ ਮੋਹਰਾਂ ਮੈਂ ਤੁਹਾਨੂੰ ਦੇਵਾਂਗਾ ਸੋਨੇ ਦੀਆਂ। ਸੁੱਖ ਲੀਆਂ ਸੁਖਣਾ ਸੁਖੀ, ਬੇੜਾ ਪਾਰ ਲੰਘਾਇਆ ਕਿਸਨੇ? ਗੁਰੂ ਤੇਗ ਬਹਾਦਰ ਜੀ ਨੇ, ਜਿਨ੍ਹਾਂ ਨੂੰ ਲੋਕ ਪਤਾ ਕੀ ਕਹਿੰਦੇ ਸੀ? ਤੇਗਾ ਕਮਲਾ। ਤੇਗਾ ਕਮਲਾ ਕਹਿੰਦੇ ਸਨ, ਪਛਾਣਦੇ ਨਹੀਂ ਸੀ ਉਦੋਂ। ਮੈਂ ਇਹ ਵਾਰ-ਵਾਰ, ਇੱਕ ਕਵਿਤਾ ਹੈ ਕਵੀ ਦੀ ਬੜੀ ਸੁੰਦਰ, ਕਹਿੰਦੇ ਅਸੀਂ ਜਿਹੜੀ ਧਰਤੀ ਤੇ ਰਹਿੰਦੇ ਆ ਨਾ, ਇੱਥੇ ਬੁੱਧ ਪੁਰਸ਼ ਰੋਲ ਦਿੱਤੇ ਜਾਂਦੇ ਆ ਜਦੋਂ ਹੁੰਦੇ ਆ ਸਰੀਰ ਕਰਕੇ। ਕਹਿੰਦੇ ਉਹਨਾਂ ਦਾ ਸਤਿਕਾਰ ਨਹੀਂ ਕਰਦੀ ਦੁਨੀਆ, ਜਦੋਂ ਚਲੇ ਜਾਂਦੇ ਨੇ ਸਰੀਰ ਕਰਕੇ ਵਰ੍ਹਿਆਂ ਬਾਅਦ ਉਹਨਾਂ ਦੀ ਪੂਜਾ ਕਰਨ ਲੱਗ ਜਾਂਦੇ ਨੇ। ਫਿਰ ਹੁੰਦਿਆਂ ਮੰਨਦੇ ਨਹੀਂ, ਜਦੋਂ ਚਲੇ ਜਾਂਦੇ ਨੇ ਉਦੋਂ ਕਹਿੰਦੇ ਉਹਨਾਂ ਨੂੰ ਪੂਜਣ ਲੱਗ ਜਾਂਦੇ ਨੇ। ਗੁਰੂ ਨਾਨਕ ਸਾਹਿਬ ਜੀ ਆਪ ਕਹਿੰਦੇ ਨੇ, ਲੋਕ ਮੈਨੂੰ ਕਰਾਈਆ ਕਹਿੰਦੇ ਆ, ਕਹਿੰਦੇ ਮਰਦਾਨੇ ਨੂੰ, ਭਾਈ ਮਰਦਾਨਾ ਜੀ ਨੂੰ ਡੂਮ ਕਹਿੰਦੇ ਆ, ਕਰਾਈਏ ਦਾ ਡੂਮ। ਕੋਈ ਆਖੈ ਭੂਤ ਨਾ ਕੋ ਕਹੈ ਵੇ ਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਮੈਂ ਕੀ ਕਰਾਂ, ਇਹ ਮੈਨੂੰ ਭੂਤ ਨਾ ਬੇਤਾਲਾ ਕਹਿ ਕੇ ਰੋੜੇ ਮਾਰਦੇ ਹਨ, ਪੱਥਰ ਮਾਰਦੇ ਹਨ ਮੇਰੇ। ਇਸ ਕਰਕੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਮੱਖਣ ਸ਼ਾਹ ਲੁਬਾਣਾ ਜੀ ਦਾ ਬੇੜਾ ਪਾਰ ਕੀਤਾ। ਉਹ ਫਿਰ ਬਾਬੇ ਬਕਾਲੇ ਆਏ। ਜਦੋਂ ਬਾਬੇ ਬਕਾਲੇ ਆਏ ਨੇ ਨਾ, ਤਾਂ ਉਦੋਂ ਫਿਰ ਦੇਖਿਆ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 22 ਪਖੰਡੀ ਬਣ ਬੈਠੇ ਨੇ। ਇੱਕ ਕੋਲੇ ਗਏ, ਦੋ ਕੋਲੇ ਗਏ, ਸੁਖਣਾ ਸੁਖੀ ਕੁਝ ਮੋਹਰਾਂ ਰੱਖੀਆਂ। ਕਹਿੰਦੇ ਮੈਂ ਹੁਣ ਜਿੰਨੀਆਂ ਸੁਖੀਆਂ ਓਨੀਆਂ ਤਾਂ ਨਹੀਂ, ਕੁਝ ਕੁਝ ਮੋਹਰਾਂ ਦੇ ਦਿੰਦਾ ਸਾਰਿਆਂ ਨੂੰ। ਤਾਂ ਬਾਲੇ ਗੁਰੂ ਨੇ ਇੱਥੇ ਮੱਥਾ ਟੇਕਦੇ ਗਏ, ਕਿਸੇ ਨੇ ਨਾ ਆਖਿਆ ਸੁਖਣਾ ਇੰਨੀ ਤੇ ਇੰਨੇ ਟੇਕੇ ਨੇ, ਕਿਸੇ ਨੇ ਨਾ ਪੁੱਜਿਆ। ਕਹਿੰਦੇ ਜਿਹੜਾ ਪੂਰਾ ਗੁਰੂ ਹੋਊਗਾ ਆਪੇ ਹੀ ਕਹੂਗਾ, ਮੈਨੂੰ ਬੁੱਝ ਲੂਗਾ ਵੀ ਮੈਂ ਕਿੰਨੀ ਸੁਖਣਾ ਸੁਖੀ ਆ। 5-5 ਮੋਹਰਾਂ ਹਰ ਬੰਦੇ ਦੇ ਕੋਲੇ ਰੱਖੀਆਂ, ਜਿਹੜਾ ਝੂਠਾ ਗੁਰੂ ਬਣਿਆ ਸੀ। ਕਰਦੇ ਗਏ, ਸਾਰਿਆਂ ਦੇ ਕੋਲ ਮੱਥਾ ਟੇਕਿਆ, ਤਸੱਲੀ ਨਹੀਂ ਹੋਈ। ਪਿੰਡ ਦੇ ਲੋਕਾਂ ਨੂੰ ਕਹਿੰਦੇ ਹੋਰ ਵੀ ਕੋਈ ਹੈਗਾ ਹਜੇ, ਦੱਸ ਦਿਓ। ਪੂਰਾ ਗੁਰੂ ਮੈਨੂੰ ਮਿਲਿਆ ਨਹੀਂ, ਲੱਭਿਆ ਨਹੀਂ। ਕਹਿੰਦੇ ਹਾਂ ਇੱਕ ਹੈ, ਪਰ ਉਹ ਲੁਕੇ ਲੁਕੇ ਰਹਿੰਦੇ ਆ। ਲੋਕ ਉਹਨਾਂ ਨੂੰ ਕਮਲਾ, ਝੱਲਾ, ਦੀਵਾਨਾ, ਤੇਗਾ ਕਹਿੰਦੇ ਨੇ। ਉਹ ਥੱਲੇ ਰਹਿੰਦੇ ਨੇ, ਉਹ ਕਮਰੇ ਦੇ ਵਿੱਚ ਬੰਦ ਨੇ, ਜਾਓ ਮਿਲਾਓ ਉਹਨਾਂ ਨੂੰ। ਚਲੇ ਗਏ। ਜਦੋਂ ਗੁਰੂ ਸਾਹਿਬ ਜੀ ਨੂੰ 5 ਮੋਹਰਾਂ ਟੇਕੀਆਂ, ਸਤਿਗੁਰ ਆਖਿਆ ਸੀ 500 ਦਾ ਵਾਅਦਾ ਕਰਕੇ 5 ਟੇਕ ਰਿਹਾ। ਬਹੁਤ ਗਲਤ ਗੱਲ ਆ। ਸੁਖਣਾ ਮੰਗੀ ਹੋਈ ਪੂਰੀ ਕਰਨੀ ਚਾਹੀਦੀ ਆ। ਤੂੰ ਵਾਅਦਾ ਕੀਤਾ ਨਿਭਾ ਨਹੀਂ ਰਿਹਾ, ਬਚਨਾਂ ਦਾ ਪੱਕਾ ਨਹੀਂ। ਜਦੋਂ ਹੀ ਇਹ ਸੁਣੀਆਂ ਗੱਲਾਂ, ਚਾਅ ਚੜ ਗਿਆ, ਪਤਾ ਲੱਗ ਗਿਆ ਵੀ ਇਹੀ ਆ ਪੂਰਾ, ਇਹੀ ਗੁਰੂ ਪੂਰਾ। ਕੋਠੇ ਤੇ ਚੜ ਕੇ ਆਪਦਾ ਪਰਨਾ ਹਿਲਾ ਕੇ ਗਲ 'ਚ ਪਹਿਨਿਆ ਜਿਹੜਾ ਸੀ, ਆਖਿਆ ਸੀ ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਬਕਾਲੇ ਦੇ ਵਾਸੀਓ, ਬਾਬਾ ਵਸੇ ਗ੍ਰਾਮ ਬਕਾਲੇ। ਸੱਚਾ ਗੁਰੂ ਮੈਨੂੰ ਲੱਭ ਗਿਆ। ਇਹਨੂੰ ਕਮਲਾ ਨਾ ਆਖੋ, ਇਹ ਤਾਂ ਕਮਲਿਆਂ ਨੂੰ ਵਿਵੇਕ ਬੁੱਧ ਦੇਣ ਵਾਲਾ ਹੈ, ਇਹ ਗਿਆਨ ਦੇਣ ਵਾਲਾ, ਡੁੱਬਦਿਆਂ ਨੂੰ ਪਾਰ ਲਾਉਣ ਵਾਲਾ। ਫਿਰ ਭੋਰੇ 'ਚੋਂ ਪ੍ਰਗਟ ਹੋਏ, ਬਾਹਰ ਆਏ, ਗੁਰੂ ਤੇਗ ਬਹਾਦਰ ਜੀ ਬਣੇ। ਮੈਂ ਕਹਿ ਰਿਹਾ, ਵਿਗਿਆਨ ਦੀ ਦੁਨੀਆ 'ਚ ਲੋਕ ਸੱਚ ਕਹਿੰਦੇ ਨੇ, ਜਿਵੇਂ ਮਰਜ਼ੀ ਉਹਨਾਂ ਦੀ ਦੁਨੀਆ। ਮਿਲਿਆ ਕੁਝ ਕਹਿਣਗੇ ਮਿਲਿਆ, ਨਹੀਂ ਮਿਲਿਆ ਕਹਿਣਗੇ ਨਹੀਂ ਮਿਲਿਆ। ਕਰਮ ਧਰਮ ਪਖੰਡ ਜੋ ਦੀਸੈ, ਧਰਮ ਦੀ ਦੁਨੀਆ ਵਿੱਚ ਕੁਝ ਮਿਲਿਆ ਨਹੀਂ, ਲੋਕ ਸੰਤ ਬਣ ਜਾਂਦੇ ਨੇ। ਸੰਤ ਹੁੰਦੇ ਨੇ ਪਰ 1% ਨੇ, 99% ਪਖੰਡਾ। ਮਹਾਰਾਜ ਆਪ ਕਹੀ ਜਾਂਦੇ ਨੇ, ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਇਹ ਠੱਗ ਹੋ ਸਕਦੇ ਆ, ਹਰ ਬੰਦਾ ਸੰਤ ਕਿਵੇਂ ਹੋ ਜਾਊਗਾ? 4 ਬੰਦੇ ਬੈਠੇ ਆ, ਉਹਦੇ ਵਿੱਚ ਇੱਕ ਜਗਿਆਸੂ ਮਸਾਂ ਹੀ ਹੁੰਦਾ। 100 ਬੰਦਾ ਬੈਠਾ, ਉਹਦੇ ਵਿੱਚ ਬਹੁਤ ਥੋੜੇ ਜਗਿਆਸੂ ਹੋਣਗੇ, ਬਾਕੀ ਸੰਸਾਰੀ ਹੋਣਗੇ। ਬਹੁਤ ਥੋੜੇ ਹੋਣਗੇ, ਉਹਦੇ ਵਿੱਚ 1% ਜਿਹੜੇ ਸਾਧੂ ਹੋਣਗੇ, ਸੰਤ ਹੋਣਗੇ।
इस करके तो बहुत बिरलियां दे हिस्से आउंदी, वारी वारी पंक्तियां उही आउंदियां ने, गल्लां उही ने, साखियां दे राही आपां उन्हां नूं अदल बदल के कहने हुन्ने आ। कर किरपा जिस दे स्वामी बिरले काहू जाना। नाम बिरलियां नूं मिलदा, विवेक बिरलियां नूं मिलदा, ਗਿਆਨ ਬਿਰਲਿਆਂ ਨੂੰ ਮਿਲਦਾ, ਸਮਝ ਬਿਰਲਿਆਂ ਕੋਲ ਆ। ਫਿਰ ਹਰ ਬੰਦਾ ਕਿਵੇਂ ਹੋ ਜਾਏਗਾ? ਹਰ ਬੰਦਾ ਇੱਕ ਬੰਦੇ ਬਾਅਦ ਆਪਣੇ ਆਪ ਨੂੰ ਕਹਿੰਦੇ ਅਸੀਂ ਪੂਰੇ ਹਾਂ, ਇੱਕ ਬੰਦੇ ਬਾਅਦ ਕਹਿ ਰਿਹਾ ਮੈਂ ਪੂਰਾ ਹਾਂ। ਇਵੇਂ ਨਹੀਂ ਹੁੰਦਾ, ਇਹ ਤਾਂ ਬਹੁਤ ਥੋੜੀ ਜਿਹੀ ਦੁਨੀਆ। ਕਬੀਰ ਸਾਹਿਬ ਨੇ ਤਾਂ ਇੱਕ ਵੀ ਨਹੀਂ ਆਖਿਆ, ਤੇਰਾ ਜਨ ਏਕ ਆਦ ਕੋਈ। ਰੱਬ ਨੂੰ ਕਹਿੰਦੇ ਤੂੰ ਵੀ ਭੁਲੇਖਿਆਂ 'ਚ ਨਾ ਪਿਆ ਕਰ। ਜਿਵੇਂ ਇੱਕ ਮਾਂ ਪੁੱਤ ਨਾਲ ਗੱਲਾਂ ਕਰਦੀ ਹੈ, ਇਵੇਂ ਆ ਕਬੀਰ ਸਾਹਿਬ ਦੀ ਬਾਣੀ। ਰੱਬ ਨੂੰ ਕਹਿੰਦੇ ਤੈਨੂੰ ਵੀ ਬਹੁਤ ਭੁਲੇਖੇ ਹੋਣਗੇ। ਇਵੇਂ ਕਹਿ ਰਹੇ ਨੇ ਵੀ ਤੇਰੇ ਮੰਦਿਰਾਂ 'ਚ ਬਹੁਤ ਲੋਕ ਆਉਂਦੇ ਨੇ, ਤੇਰੀਆਂ ਮਸੀਤਾਂ ਜਾ ਕੇ ਨਮਾਜ਼ਾਂ ਪੜ੍ਹਦੇ ਨੇ, ਇੱਕ ਥੋੜ੍ਹੀ ਆ ਬਹੀਰਾਂ ਕੱਦ ਕੇ। ਤੇਰੇ ਰਸਤੇ ਤੇ ਦੱਸੇ ਤੇ ਬਹੁਤ ਲੋਕ ਜਾ ਰਹੇ ਨੇ, ਗੁਰਦੁਆਰੇ ਬਹੁਤ ਸਤਸੰਗੀ ਆਉਂਦੇ ਨੇ, ਗਿਰਜੇ ਘਰਾਂ ਦੇ ਵਿੱਚ ਐਤਵਾਰ ਨੂੰ ਬਹੁਤ ਚਰਚ ਵਿੱਚ ਪਾਦਰੀ ਆਉਂਦੇ ਆ, ਲੋਕ ਆਉਂਦੇ ਆ। ਕਹਿੰਦੇ ਪਰ ਤੂੰ ਭੁਲੇਖਿਆਂ 'ਚ ਨਾ ਪਈ ਵੀ ਇਹ ਸਾਰੇ ਤੇਰੇ ਨੇ। ਇਹ ਕਬੀਰ ਸਾਹਿਬ ਦੀ ਬਾਣੀ ਆ। ਕਹਿੰਦੇ ਮੈਂ ਤੈਨੂੰ ਦੱਸਦਾ, ਤੇਰਾ ਜਨ ਏਕ ਆਦ ਕੋਈ। ਤੇਰਾ ਇੱਕ ਅੱਧਾ ਹੀ ਆ ਕੋਈ, ਇਹਨਾਂ 'ਚ ਸਾਰੇ ਤੇਰੇ ਨਹੀਂ ਹੈਗੇ। ਇਹ ਮੰਗਣ ਆਏ ਹੋਣਗੇ ਕੁਝ ਤੈਥੋਂ, ਤੂੰ ਦੇ ਦਿੰਦਾ ਹੋਏਗਾ। ਪਹਿਲਾਂ ਹੀ ਗੱਲਾਂ ਕਲੀਅਰ ਨੇ ਜਪਜੀ ਸਾਹਿਬ ਦੇ ਵਿੱਚ, ਦਿੰਦਾ ਦੇ ਲੈਂਦੇ ਥੱਕ ਪਾਏ। ਤਾਂ ਮੰਗਣ ਆਏ ਆ, ਤੇਰੇ ਨਾਲ ਪਿਆਰ ਨਹੀਂ ਕਰਦੇ। ਜੇ ਤੂੰ ਪਿਆਰ ਦੇਖਣਾ ਤਾਂ ਮੈਂ ਕਬੀਰ ਹਾਂ, ਮੇਰੇ ਵੱਲ ਦੇਖ, ਮੈਂ ਹੀ ਤੇਰਾ ਪਿਆਰ ਕਰਨ ਵਾਲਾ। ਮੈਂ ਤੇਥੋਂ ਕੁਝ ਮੰਗਣ ਨਹੀਂ, ਮੈਂ ਤੇਰੇ ਨਾਲ ਪਿਆਰ ਕਰਨਾ ਆ। ਪਿਆਰ ਤੋਂ ਵੱਡੀ ਚੀਜ਼ ਕੋਈ ਹੈ ਹੀ ਨਹੀਂ। ਸਾਜ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪਰ ਪਾਇਓ। ਕਹਿੰਦੇ ਰੱਬ ਬਹੁਤ ਵੱਡਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਹੀਂ, ਰੱਬ ਤੋਂ ਵੀ ਵੱਡੀ ਇੱਕ ਚੀਜ਼ ਆ, ਉਹ ਪਿਆਰ। ਰੱਬ ਹੈਗਾ ਵੱਡਾ, ਪਰ ਇੰਨਾ ਨਹੀਂ, ਪਿਆਰ ਤੋਂ ਛੋਟਾ ਹੀ ਆ। ਪਿਆਰ ਹੋਊਗਾ ਤਾਂ ਰੱਬ ਨੂੰ ਵੀ ਪਾਲੂਗਾ ਬੰਦਾ। ਜਿਹੜੀ ਚੀਜ਼ ਕਰਕੇ ਆਪਾਂ ਖਰੀਦ ਲੈਂਦੇ ਆ ਸਭ ਚੀਜ਼ਾਂ, ਪੈਸਾ ਜਿਹਨੂੰ ਕਹਿੰਦੇ ਆ, ਇਹ ਪੈਸਾ ਦੂਜਾ ਰੱਬ ਬਣਿਆ ਫਿਰਦਾ। ਕਾਰਨ ਸਾਰੀਆਂ ਚੀਜ਼ਾਂ ਇਹਦੇ ਨਾਲ ਖਰੀਦੀਆਂ ਜਾਂਦੀਆਂ, ਇਹਨੂੰ ਵੱਡਾ ਕਹਿੰਦੇ ਆਪਾਂ। ਮਾਇਆ ਕਹਿੰਦੇ ਬਹੁਤ ਵੱਡੀ ਚੀਜ਼ ਆ, ਜੋ ਚਾਹੋ ਖਰੀਦ ਲਓ। ਪਿਆਰ ਬਹੁਤ ਵੱਡੀ ਚੀਜ਼ ਆ, ਚਾਹੋ ਤਾਂ ਰੱਬ ਨੂੰ ਪਿੱਛੇ ਲਾ ਲਓ। ਇਹ ਕਲਗੀਧਰ ਦੇ ਬੋਲ ਨੇ। ਇਸ ਕਰਕੇ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਇੱਦਾਂ ਫਿਰ ਬਾਣੀ ਸਾਨੂੰ ਸਿਖਾਉਂਦੀ ਆ ਗੱਲਾਂ। ਅਸੀਂ ਬਸ ਜਿਹੜੀ ਧਰਤੀ 'ਤੇ ਰਹਿੰਦੇ ਹਾਂ, ਮੈਂ ਇਹੀ ਕਹਾਂਗਾ, ਇੱਥੇ ਹੁਣ ਜਿਹੜੇ ਘਰਾਂ 'ਚ ਰਹਿੰਦੇ ਆ, ਇੱਥੇ ਜਾਲੀਆਂ ਵਾਲੇ ਦਰਵਾਜ਼ੇ ਨੇ, ਹਵਾ ਪੁਣ ਕੇ ਆਉਂਦੀ ਆ। ਇੱਥੇ ਹਰ ਚੀਜ਼ ਛਾਨਣੀ ਪੈ ਰਹੀ ਆ। ਪਾਣੀ ਜ਼ਹਿਰੀਲਾ ਹੋ ਗਿਆ, ਪੁਣ ਕੇ ਪੀਣਾ ਪੈਂਦਾ, ਫਿਲਟਰ ਕਰਕੇ ਪੀਣਾ ਪੈ ਰਿਹਾ। ਇਸ ਕਰਕੇ ਇੱਥੇ ਇੱਕ ਗੁਰੂ ਹੀ ਆ ਬਸ। ਜਿਹੜਾ ਇੱਕ ਗੁਰੂ ਹੀ ਆ, ਉਹ ਬਸ ਇਹੀ ਕਹਿੰਦਾ, ਹੋਰ ਨਹੀਂ ਤੁਹਾਨੂੰ ਕੋਈ ਕਹੇਗਾ ਵੀ ਆ ਜੀ ਜਦੋਂ ਮਰਜੀ, ਮੈਂ ਤਿਆਰ ਹਾਂ ਤੈਨੂੰ ਮਿਲਣ ਵਾਸਤੇ। ਮਿਲਣਾ ਵੀ ਕਿਵੇਂ ਆ? ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਮੈਂ ਕਰੋੜਾਂ ਕਦਮ ਚੱਲ ਕੇ ਆ ਗਿਆ, ਤੂੰ ਇੱਕ ਚੱਲਣੀ, ਮੈਂ ਤੈਨੂੰ ਘੁੱਟ ਕੇ ਗਲਵੱਕੜੀ 'ਚ ਲੈ ਲੂੰਗਾ, ਘੁੱਟ ਕੇ ਗਲਵੱਕੜੀ ਵਿੱਚ ਲੈ ਲੂੰਗਾ। ਗੁਰੂ ਔਗਣ ਨਹੀਂ ਵੇਖਦਾ, ਲੋਕ ਔਗਣ ਦੇਖਦੇ ਆ। ਰਿਸ਼ਤੇ ਸਾਡੇ ਜਿਹੜੇ ਬਣੇ ਨੇ ਜਾਂ ਬਣੇ ਬਣਾਏ ਮਿਲੇ ਨੇ, ਉਹ ਕਮੀਆਂ ਦੇਖਦੇ ਨੇ। ਲੋਕ ਇੱਕ ਔਗਣ ਦੇਖਦੇ ਆ, ਪਿੱਛੇ ਹਟ ਜਾਂਦੇ ਆ। ਗੁਰੂ ਨਹੀਂ ਦੇਖਦਾ ਔਗਣ। ਗੁਰੂ ਕਹਿੰਦਾ ਤੂੰ ਆ ਸਹੀ। ਗੁਰੂ ਕਹਿੰਦਾ ਮੈਂ ਪੌਣੀ ਨਹੀਂ ਲਾਈ ਆਪਣੇ ਰਿਸ਼ਤੇ ਵਿੱਚ ਵੀ ਤੈਨੂੰ ਪੁਣ ਕੇ ਅੰਦਰ ਆਉਣਾ ਪਵੇਗਾ, ਜਿਵੇਂ ਮਰਜ਼ੀ ਆ, ਤੂੰ ਆ ਸਹੀ। ਬਸ ਆਹੀ ਚੀਜ਼ਾਂ ਜਿਹੜੀਆਂ ਗੁਰੂ ਦੀਆਂ ਨੇ ਨਾ, ਉਹ ਇਹਨੂੰ ਨਿਆਰਾ ਕਰਦੀਆਂ ਨੇ। ਭਾਈ ਨੰਦ ਲਾਲ ਜੀ ਜਿਵੇਂ ਸਨ, ਇੱਕ ਦਿਨ ਰਾਤ ਹੋਈ ਵੀ ਸੀ ਤੇ ਜਾਰੋ ਜਾਰ ਰੋ ਰਹੇ ਸਨ। ਗੁਰੂ ਲਈ ਪਿਆਰ ਕਿੰਨਾ ਹੋਣਾ ਚਾਹੀਦਾ, ਰੋ ਰਹੇ ਸਨ। ਤੇ ਮੱਸਿਆ ਦੀ ਰਾਤ ਸੀ, ਬੱਦਲ ਛਾਏ ਹੋਏ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਬੇ ਪੈਰਾਂ ਦੇ ਨਾਲ ਟਹਿਲ ਰਹੇ ਨੇ, ਨੰਦ ਲਾਲ ਜੀ ਰੋ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਵੀ ਕਿਤੋਂ ਆਵਾਜ਼ ਆ ਰਹੀ ਆ ਹੌਂਕਿਆਂ ਦੀ, ਕੌਣ ਆ ਇਹ? ਹਨੇਰਾ ਸੀ, ਮੱਸਿਆ ਦੀ ਰਾਤ ਸੀ। ਦੇਖਿਆ ਇਹ ਤਾਂ ਨੰਦ ਲਾਲ ਆ। ਇਹ ਤਾਂ ਨੰਦ ਲਾਲ ਜੀ ਨੇ, ਕਵੀ ਜੀ ਨੇ ਸਾਡੇ ਪਿਆਰੇ।
कोल चले गए। नंद लाल ने अपने हंझू रोक लए। पातशाह जी नूं कहंदे अज सूरज रात नूं किवें चढ़िया होया। रात नूं सूरज चढ़दा नहीं कदे। गुरु गोबिंद सिंह जी नूं कहंदे अज सूरज ने किवें किरपा कर दित्ती, मੱਸਿਆ दी रात नूं चढ़ गया। अज गुरु गोबिंद सिंह जी नूं कह रहे ने, कवि ने ना उवें ही कहणगे। कवि आपदे ढंग नाल कहंदे ने, प्रतीक गल्लां कहंदे ने। कहंदे अज सूरज रात नूं चढ़ गया। गुरु गोबिंद सिंह जी ने आख्या सी, कहंदे नंद लाल जी मैं तां देखण आया हां, दसो मैनूं कि अज ਬੱਦਲ ਜਿਹੜੇ ਨੇ ਇੰਨੇ ਛਾਏ ਹੋਏ ਨੇ, ਰਾਤ ਜਿਹੜੀ ਹੈ ਇੰਨੀ ਕਾਲੀ ਕਿਉਂ ਆ? ਮੱਸਿਆ ਦੀ ਰਾਤ ਹੋਏ ਤੇ ਕਾਲੀ ਹੋਈ ਹੋਊਗੀ। ਮੱਸਿਆ ਵਾਲੀ ਜਿਹੜੀ ਰਾਤ ਹੁੰਦੀ ਆ, ਪੁੰਨਿਆ ਵਾਲੀ ਰਾਤ ਤਾਂ ਚੰਦਰਮਾ ਹੁੰਦਾ, ਠੰਡਕ ਹੁੰਦੀ ਹੈ। ਮੱਸਿਆ ਦੀ ਰਾਤ ਹੋਊ ਤਾਂ ਕਾਲੀ। ਪਰ ਮਹਾਰਾਜ ਨੇ ਰਮਜ ਵਿੱਚ ਪੁੱਛਿਆ ਵੀ ਇਹ ਚੀਜ਼ਾਂ ਇੱਦਾਂ ਕਿਉਂ ਆ? ਬੱਦਲ ਕਿਉਂ ਕਾਲੀਆਂ, ਘਟਾਵਾਂ ਕਿਉਂ ਛਾਈਆਂ ਨੇ, ਇੰਨੀ ਰਾਤ ਕਿਉਂ ਆ? ਕਾਲਾ ਕਾਲਾ ਚਾਰੇ ਪਾਸੇ ਹਨੇਰਾ ਕਿਉਂ ਆ? ਨੰਦ ਲਾਲ ਜੀ ਕਹਿੰਦੇ ਮਹਾਰਾਜ ਮੈਂ ਵਿਗਿਆਨੀ ਨਹੀਂ, ਮੈਂ ਕੋਈ ਪ੍ਰਕਿਰਤਿਕ ਖੋਜੀ ਨਹੀਂ ਹੈਗਾ ਵੀ ਦੱਸ ਨਾ ਕਿ ਕਾਲੀਆਂ ਕਿਉਂ ਨੇ ਘਟਾਵਾਂ, ਬੱਦਲ ਕਿਉਂ ਕਾਲੇ ਆ। ਕਹਿੰਦੇ ਹਾਂ ਪਰ ਤੂੰ ਕਵੀ ਤਾਂ ਹੈਗਾ ਨਾ, ਤਾਂ ਕਵੀ ਬਣ ਕੇ ਦੱਸ ਦੇ ਵੀ ਕਿਉਂ ਕਾਲੇ ਆ ਬੱਦਲ, ਕਿਉਂ ਕਾਲੀਆਂ ਘਟਾਵਾਂ ਛਾਈਆਂ ਨੇ, ਇੰਨਾ ਹਨੇਰਾ ਕਿਉਂ ਆ? ਕਹਿੰਦੇ ਫਿਰ ਮੈਂ ਇਹੀ ਕਹਾਂਗਾ, ਮੇਰੇ ਅੰਦਰ ਇੱਕ ਵਿਛੋੜੇ ਦਾ ਸੱਲ ਆ। ਨੰਦ ਲਾਲ ਜੀ ਕਹਿੰਦੇ ਮੇਰੇ ਅੰਦਰ ਇੱਕ ਵਿਛੋੜੇ ਦੀ ਤਾਂਘ ਆ, ਮੈਂ ਵਿਛੜਿਆ ਰੱਬ ਤੋਂ। ਉਹ ਵਿਛੋੜੇ ਵਿੱਚ ਜਿਹੜੇ ਮੇਰੇ ਹੰਝੂ ਨਿਕਲੇ ਨੇ, ਉਹਨਾਂ ਨੇ ਅਸਮਾਨ ਨੂੰ ਕਾਲਾ ਕਰ ਦਿੱਤਾ, ਉਹਨਾਂ ਨੇ ਬੱਦਲਾਂ ਨੂੰ ਕਾਲਾ ਕਰ ਦਿੱਤਾ। ਮੇਰੇ ਹੰਝੂਆਂ ਨੇ, ਉਹਦੀ ਤੜਫ ਨੇ, ਇਹ ਤਾਂ ਮਹਾਰਾਜ ਜੀ ਕਾਲਾ। ਸਤਿਗੁਰ ਨੇ ਗਲਵਕੜੀ ਵਿੱਚ ਲੈ ਕੇ ਆਖਿਆ ਸੀ, ਨੰਦ ਲਾਲ ਤੇਰੇ ਜੈਸਾ ਕਵੀ ਨਹੀਂ ਕੋਈ ਹੋਣਾ, ਕਵੀ ਬਹੁਤ ਹੋਣਗੇ ਪਰ ਗੋਇਆ ਨੰਦ ਲਾਲ ਜੀ ਤੇਰੇ ਵਰਗਾ ਨਹੀਂ ਕੋਈ ਹੋਵੇਗਾ। ਮੇਰੇ ਦਰਬਾਰ ਵਿੱਚ ਬਹੁਤ ਹੀ ਅਸੀਸਾਂ ਦੇ ਕੇ ਸਾਹਿਬ ਜੀ ਨੇ ਤਿੰਨਾਂ ਨੂੰ ਨਿਵਾਜਿਆ। ਸੋ ਇੱਥੇ ਕਹਿ ਰਹੇ ਨੇ, ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ। 52 ਕਵੀ ਸਨ ਦਰਬਾਰ ਵਿੱਚ ਪਾਤਸ਼ਾਹ ਜੀ ਦੇ। ਅਹਿਮੀਅਤ ਇੱਕ ਨੂੰ ਜ਼ਿਆਦਾ ਮਿਲ ਗਈ, ਕਾਰਨ ਜਿਸ ਦੇ ਸੁਆਮੀ। ਸਾਰੇ ਹੀ ਚੰਗੇ ਨੇ, ਸਾਰੇ ਕਵੀ ਬਹੁਤ ਵਧੀਆ ਨੇ, ਪਰ ਅਹਿਮੀਅਤ ਇੱਕ ਨੂੰ ਕਿਉਂ ਮਿਲੀ ਇੰਨੀ? ਜਿਸ ਦੇ ਸੁਆਮੀ। ਸੁਆਮੀ ਨੇ ਉਹਨੂੰ ਦਾਤ ਬਖਸ਼ੀ, ਵਿਵੇਕ ਬਖਸ਼ਿਆ। ਤੇ ਨੰਦ ਲਾਲ ਗੋਇਆ ਜੀ ਦੀਆਂ ਗਜ਼ਲਾਂ ਜੇ ਤੁਸੀਂ ਪੜ੍ਹੋਗੇ, ਨੰਦ ਲਾਲ ਜੀ ਦਾ ਜ਼ਿੰਦਗੀਨਾਮਾ ਤੁਸੀਂ ਪੜ੍ਹੋਗੇ, ਕਿਆ ਬਾਤ ਹੀ ਆ, ਬਹੁਤ ਸੁੰਦਰ ਰਚਨਾਵਾਂ ਨੇ। ਗੁਰੂ ਮਹਾਰਾਜ ਕਿਰਪਾ ਕਰਨ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਗੁਰੂ ਮਹਾਰਾਜ ਦੀ ਸ਼ਾਨ ਬਹੁਤ ਉੱਚੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇੱਕ ਕਿਨਕਾ ਵੀ ਅੰਦਰ ਵਸ ਜੇ। ਭਾਈ ਨੰਦ ਲਾਲ ਜੀ ਕਹਿੰਦੇ ਨੇ ਆਪਦੀਆਂ ਗਜ਼ਲਾਂ 'ਚ, ਕਹਿੰਦੇ ਜੇ ਰੱਬ ਦਾ ਦਿੱਤਾ ਹੋਇਆ, ਗੁਰੂ ਦਾ ਬਖਸ਼ਿਆ ਹੋਇਆ ਇੱਕ ਸ਼ਬਦ ਵੀ ਤੇਰੇ ਅੰਦਰ ਵਸ ਜੇ, ਤੇਰੀਆਂ ਵਾਲਾਂ ਦੀਆਂ ਜੜ੍ਹਾਂ ਤੱਕ ਸੱਚ ਸੱਚ ਹੀ ਹੋ ਜਾਏਗਾ, ਤੂੰ ਸੱਚ ਬਣ ਜਾਏਗਾ। ਆਪਣੀਆਂ ਗਜ਼ਲਾਂ 'ਚ ਕਹਿੰਦੇ ਨੇ। ਇੰਨੀਆਂ ਕੁ ਬੇਨਤੀਆਂ ਕਰੋ ਸਵੀਕਾਰ। ਗੁਰੂ ਮਹਾਰਾਜ ਦੀ ਜਿਹੜੀ ਸ਼ਾਨ ਹੈ ਨਾ, ਬਹੁਤ ਉੱਚੀ ਆ, ਸੁੱਚੀ ਆ, ਬੋਲਦੇ ਆ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ ਲੈਣ। ਆਓ ਹੁਣ ਆਪਾਂ ਉਸ ਅਕਾਲ ਪੁਰਖ ਨੂੰ ਚੇਤੇ ਕਰੀਏ, ਇੱਕ ਮਨ ਇੱਕ ਚਿੱਤ ਹੋ ਕੇ ਇਕੱਠੇ ਮਿਲ ਕੇ ਵਾਹਿਗੁਰੂ ਜੀ ਦਾ ਜਾਪ ਕਰਨਾ ਕਰੀਏ ਜੀ। ਵਾਹਿਗੁਰੂ ਵਾਹਿਗੁਰੂ।
ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹਿ ਅਰਦਾਸ ਦੀ ਜ਼ਿੰਦਗੀ ਆ ਜਿਹੜੀ ਬਣਦੀ ਹੈ, ਪਰ ਜਦੋਂ ਆਪਾਂ ਗੁਰੂ ਸਾਹਿਬਾਨ ਦੇ ਕੋਲ ਆ ਕੇ ਸਜਦੇ ਹਾਂ ਉਦੋਂ ਸਾਡੇ ਇਹ ਜਿਹੜੇ ਸਵਾਸ ਹਨ ਇਹ ਘੜੀਆਂ ਹੋਰ ਵੀ ਸੋਹਣੀਆਂ ਹੋ ਜਾਂਦੀਆਂ ਨੇ, ਪਰ ਇਕੱਲੇ ਬਹਿਣ ਦੇ ਨਾਲ ਸੋਹਣੀਆਂ ਨਹੀਂ ਹੁੰਦੀਆਂ। ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਸੁਣ ਕੇ ਮੰਨ ਕੇ ਹਿਰਦੇ 'ਚ ਵਸਾ ਕੇ ਕਮਾ ਕੇ ਜ਼ਿੰਦਗੀ ਨੂੰ ਸੋਹਣਾ ਬਣਾਇਆ ਜਾ ਸਕਦਾ ਹੈ। ਸੋ ਆਓ ਗੁਰ ਸ਼ਬਦ ਦੀ ਸਾਂਝ ਪਾਈਏ। ਪ੍ਰਥਮ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਧਨਾਸਰੀ ਰਾਗ ਦੇ ਵਿੱਚ 676 ਅੰਗ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਦਰਜ ਹੈ। ਧਨਾਸਰੀ ਮਹੱਲਾ ਪੰਜਵਾ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ, ਆਨ ਸਗਲ ਬਿਦ ਕਾਮ ਨਾ ਆਵੇ, ਹਰ ਹਰ ਨਾਮ ਤੇ ਆਇਆ। ਤਾਤੇ ਮੋਹਿ ਧਾਰੀ ਓਟ ਗੋਪਾਲ, ਸ਼ਰਨ ਪਰਿਓ ਪੂਰਨ ਪਰਮੇਸ਼ਰ, ਬਿਨ ਸੇ ਸਗਲ ਜੰਜਾਲ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ, ਕਿ ਮੈਂ ਬਹੁਤ ਜਗ੍ਹਾ ਤੋਂ ਫਿਰਦਾ ਫਿਰਦਾ ਜਦੋਂ ਸਾਧੂਆਂ ਨੂੰ ਮਿਲਿਆ, ਜਦੋਂ ਮੇਰਾ ਮੇਲ ਰੱਬ ਦੇ ਪਿਆਰਿਆਂ ਨਾਲ ਹੋਇਆ, ਉਦੋਂ ਮੈਨੂੰ ਇੱਕ ਗੱਲ ਦੀ ਸਮਝ ਪਈ, ਉਦੋਂ ਮੈਨੂੰ ਇੱਕ ਚਾਨਣ ਹੋਇਆ, ਗਿਆਨ ਹੋਇਆ, ਪੂਰਾ ਗੁਰ ਸਮਝਾਇਆ। ਗੁਰੂ ਨੇ ਮੈਨੂੰ ਇਹ ਗੱਲ ਸਮਝਾਈ ਕਿ ਆਨ ਸਗਲ ਬਿਦ ਕਾਮ ਨਾ ਆਵੇ, ਹਰ ਹਰ ਨਾਮ ਤੇ ਆਇਆ। ਪਰਮਾਤਮਾ ਦੇ ਨਾਮ ਤੋਂ ਬਾਝੋਂ ਬਾਕੀ ਸਭ ਚੀਜ਼ਾਂ ਉਹਦੇ ਤੁੱਲ ਨਹੀਂ ਹੋ ਸਕਦੀਆਂ, ਕੰਮ ਨਹੀਂ ਆਉਣ ਵਾਲੀਆਂ। ਹੋਰ ਜਿੰਨੀਆਂ ਵੀ ਚੀਜ਼ਾਂ ਨੇ, ਭਾਵੇਂ ਉਹਨਾਂ ਦੀ ਅਹਿਮੀਅਤ ਹੋਵੇ, ਪਰ ਉਹ ਨਾਲ ਨਿਭਣ ਵਾਲੀਆਂ, ਸੱਚੀ ਦੋਸਤੀ ਉਹਨਾਂ ਦੀ ਹੋ ਨਹੀਂ ਸਕਦੀ। ਆਨ ਸਗਲ ਬਿਦ ਕਾਮ ਨਾ ਆਵੇ, ਹੋਰ ਚੀਜ਼ਾਂ ਕੰਮ ਨਹੀਂ ਆਉਂਦੀਆਂ, ਹਰ ਹਰ ਨਾਮ ਤੇ ਆਇਆ। ਜਪਿਆ ਹੋਇਆ ਨਾਮ, ਕੀਤੀ ਹੋਈ ਇਬਾਦਤ, ਪੜ੍ਹੀ ਹੋਈ ਸੱਚੇ ਦਿਲੋਂ ਬਾਣੀ, ਕੀਤਾ ਹੋਇਆ ਸਿਮਰਨ, ਇਹੀ ਬੰਦੇ ਦਾ ਅਸਲ ਸਾਥੀ ਆ। ਕਦੋਂ ਪਤਾ ਲੱਗਾ? ਜਦੋਂ ਮੈਂ ਗੁਰੂ ਦੇ ਦਾਸਾਂ ਨੂੰ ਮਿਲਿਆ, ਮੁਰੀਦਾਂ ਨੂੰ ਮਿਲਿਆ, ਮੁਰਸ਼ਦ ਨੂੰ ਮਿਲਿਆ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ। ਇੱਥੇ ਕਹਿ ਰਹੇ ਨੇ ਕਿ ਸੌਖੇ ਨਹੀਂ ਮਿਲ ਗਏ ਮੈਨੂੰ ਗੁਰੂ ਜੀ। ਮਹਾਂਪੁਰਸ਼ ਜਿਹੜੇ ਸਾਧੂ ਨੇ ਸੌਖੇ ਨਹੀਂ ਮਿਲੇ, ਸਹਿਜ ਨਹੀਂ ਮਿਲੇ, ਫਿਰ ਫਿਰ ਕੇ ਮਿਲੇ ਨੇ। ਕਹਿਣ ਦਾ ਅਰਥ ਇਹ ਆ ਕਿ ਧਾਰਮਿਕ ਦੁਨੀਆ ਦੇ ਵਿੱਚ ਜਿਤਨਾ ਪਖੰਡ ਹੈ, ਹੋਰ ਸ਼ਾਇਦ ਹੀ ਕਿਤੇ ਦੁਨੀਆ ਵਿੱਚ ਇੰਨਾ ਪਖੰਡ ਹੋਵੇ। ਇਸ ਲਾਈਨ ਦੇ ਵਿੱਚ ਜਿੰਨਾ ਦਿਖਾਵਾ ਪਖੰਡ ਹੈ। ਗੁਰੂ ਸਾਹਿਬ ਕਹਿੰਦੇ ਮੈਂ ਫਿਰ ਫਿਰ ਕੇ ਬਹੁਤ ਜਗ੍ਹਾ ਤੋਂ ਹੋ ਕੇ ਆਇਆ, ਫਿਰ ਕਿਤੇ ਜਾ ਕੇ ਮੈਨੂੰ ਸੱਚ ਮਿਲਿਆ। ਦੇਖੋ, ਜਿਵੇਂ ਇੱਕ ਵਿਗਿਆਨ ਦੀ ਦੁਨੀਆ ਹੈ, ਸਾਇੰਸ ਦੀ ਦੁਨੀਆ, ਉਹਦੇ ਵਿੱਚ ਜਿਹੜੇ ਵਿਗਿਆਨੀ ਨੂੰ ਖੋਜ ਕਰਦਿਆਂ ਕਰਦਿਆਂ ਕੁਝ ਨਹੀਂ ਲੱਭਾ, ਕੁਝ ਮਿਲਿਆ ਨਹੀਂ,
ਉਹਦੀ ਖੋਜ ਪੂਰੀ ਨਹੀਂ ਹੋਈ, ਉਹਨੇ ਸਾਫ਼-ਸਾਫ਼ ਕਹਿ ਦੇਣਾ ਮੈਂ ਸਫਲ ਨਹੀਂ ਹੋਇਆ, ਮੇਰੀ ਖੋਜ ਆ ਜਿਹੜੀ ਪੂਰੀ ਨਹੀਂ ਹੋਈ, ਮੈਂ ਅਧੂਰਾ ਹਾਂ, ਇਵੇਂ ਆਖ ਦੂਗਾ। ਧਰਮ ਦੀ ਦੁਨੀਆ ਦੇ ਵਿੱਚ ਇਵੇਂ ਨਹੀਂ ਹੈਗਾ। ਧਰਮ ਦੀ ਦੁਨੀਆ ਦੇ ਵਿੱਚ ਅਧੂਰੇ ਲੋਕ ਜਿਹੜੇ ਨੇ ਉਹ ਪੂਰੇ ਹੋਣ ਦਾ ਦਾਅਵਾ ਕਰਦੇ ਨੇ। ਅਧੂਰੇ ਲੋਕ, ਅੱਧੇ ਪਹੁੰਚੇ ਲੋਕ ਜਿਹੜੇ ਤੁਰੇ ਵੀ ਨਹੀਂ, ਉਹ ਕਹਿੰਦੇ ਅਸੀਂ ਮੰਜ਼ਿਲਾਂ ਦੇ ਪਹੁੰਚ ਚੁੱਕੇ ਹਾਂ, ਇਵੇਂ ਦਾਅਵਾ ਕਰਦੇ ਨੇ। ਧਾਰਮਿਕ ਦੁਨੀਆ ਵਿੱਚ ਹੀ ਕਰਮ ਧਰਮ ਪਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੁੱਟੈ। ਦੇਖੋ ਜਿਹੜਾ ਸੱਚਾ ਧਰਮ ਹੈ ਉਹ ਬੰਦੇ ਨੂੰ ਮੁਕਤ ਕਰ ਦਿੰਦਾ, ਸੱਚਾਈ ਵਾਲਾ ਰਸਤਾ ਹੈ। ਪਰ ਬਹੁਤੇ ਲੋਕ ਇਹਦੇ ਵਿੱਚ ਭੇਖੀ ਨੇ। ਕਿੰਨੇ ਪਰਸੈਂਟ? ਬਾਣੀ ਕਹਿੰਦੀ 99.99% ਇੰਨੇ ਪ੍ਰਤੀਸ਼ਤ ਲੋਕ ਇਹ ਕਰਮ ਧਰਮ ਪਖੰਡ ਵਾਲੇ ਨੇ, ਇਹ ਸ਼ਿੰਗਾਰ ਵਾਲੇ ਨੇ, ਇਹ ਗੱਲਾਂ ਵਾਲੇ ਨੇ, ਇਹ ਬਾਤਾਂ ਵਾਲੇ ਨੇ, ਅਸਲ ਨਹੀਂ ਹੈਗੇ, ਨਕਲ ਨੇ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਆਨ ਸਗਲ ਵਿਦ ਕਾਮ ਨਾ ਆਵੇ, ਹਰ ਹਰ ਨਾਮ ਤੇ ਆਇਆ। ਸਾਇੰਸ ਦੀ ਦੁਨੀਆ ਦੇ ਵਿੱਚ ਕਿਸੇ ਵਿਗਿਆਨੀ ਨੂੰ ਕੁਝ ਨਹੀਂ ਮਿਲਿਆ, ਸਾਫ਼-ਸਾਫ਼ ਕਹਿ ਦੇਗਾ ਨਹੀਂ ਮੈਨੂੰ ਕੁਝ ਮਿਲਿਆ ਨਹੀਂ, ਖੋਜਿਆ ਸੀ ਨਹੀਂ ਪਾਇਆ, ਸੱਚ ਬੋਲੇਗਾ। ਧਰਮ ਦੀ ਦੁਨੀਆ ਵਿੱਚ ਉਹ ਲੋਕ ਦਾਅਵਾ ਕਰ ਰਹੇ ਨੇ ਆਪਣੇ ਆਪ ਨੂੰ ਪੂਰਾ ਕਹਾਉਣ ਦਾ, ਜਿਹੜਾ ਇਸ ਮੰਜ਼ਿਲ ਤੇ ਤੁਰਿਆ ਵੀ ਨਹੀਂ, ਇਸ ਮੰਜ਼ਿਲ ਬਾਰੇ ਕੱਖ ਵੀ ਨਹੀਂ ਜਾਣਦਾ, ਇਸ ਮੰਜ਼ਿਲ ਬਾਰੇ ਬਿਲਕੁਲ ਵੀ ਅਣਜਾਣ, ਉਹ ਪਹੁੰਚਣ ਦਾ ਦਾਅਵਾ ਕਰਦੇ ਨੇ। ਤਾਂ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਨਾ ਬਹੁਤ ਜਗ੍ਹਾ ਤੋਂ ਫਿਰ ਕੇ ਸਹੀ ਰਾਹ ਤੇ ਆਇਆ ਹਾਂ। ਪੂਰੇ ਮਹਾਂਪੁਰਸ਼ਾਂ ਨੂੰ, ਪੂਰੇ ਗੁਰੂ ਨੂੰ ਮਿਲਿਆ। ਤਾਂ ਕਹਿਣ ਦਾ ਭਾਵ ਇਹੀ ਆ, ਪਹਿਲਾਂ ਬਹੁਤ ਪਖੰਡੀ ਲੋਕ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲਾਉਣਾ ਜਾਣਾ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਰੱਬ ਨੂੰ, ਕਬੀਰ ਸਾਹਿਬ ਜੀ ਕਹਿੰਦੇ ਖਿਡਾਉਣਾ ਹੀ ਸਮਝਿਆ ਹੋਇਆ। ਮੱਥੇ ਤੇ ਤਿਲਕ ਲਾ ਕੇ, ਤੇੜ ਬੰਨ ਕੇ, ਤੇ ਉਹ ਸੋਚਦੇ ਨੇ ਅਸੀਂ ਰੱਬ ਨੂੰ ਭਤੀਜ ਦਾਂਗੇ, ਅਸੀਂ ਭਾ ਜਾਵਾਂਗੇ। ਮਾਥੇ ਤਿਲਕ ਹੱਥ ਮਾਲਾ ਬਾਨਾ, ਹੱਥ 'ਚ ਮਾਲਾ ਫੜ ਕੇ, ਇਵੇਂ ਰੱਬ ਖੁਸ਼ ਹੋ ਜਾਊਗਾ ਸਾਡੇ ਬਾਹਰੀ ਭੇਖ ਤੋਂ। ਲੋਕਾਂ ਨੇ ਰਾਮ ਰੱਬ ਨੂੰ ਖਿਲਾਉਣਾ ਜਾਣਾ, ਖਿਡਾਉਣਾ ਸਮਝਿਆ ਹੈ, ਬੱਚਿਆਂ ਦੀ ਖੇਡ ਸਮਝੀ ਹੋਈ ਆ। ਬਹੁਤ ਪਖੰਡ ਆ। ਵਿਗਿਆਨ ਦੀ ਦੁਨੀਆ ਵਿੱਚ ਇੰਨਾ ਪਖੰਡ ਨਹੀਂ ਤੁਹਾਨੂੰ ਮਿਲੇਗਾ, ਹੋਰ ਕਿਤੇ ਤੁਹਾਨੂੰ ਇੰਨਾ ਪਖੰਡ ਨਹੀਂ ਮਿਲੇਗਾ ਜਿੰਨਾ ਧਰਮ ਦੀ ਦੁਨੀਆ 'ਚ ਦੇਖਣ ਨੂੰ ਮਿਲੇਗਾ। ਗੱਜ ਸਾਢੇ ਤੈ ਧੋਤੀਆਂ, ਤੇਹਰੇ ਪਾਇਨ ਤੱਗ, ਗੱਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਵੱਗ, ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਬਨਾਰਸ ਦੇ ਠੱਗ ਬੜੇ ਮਸ਼ਹੂਰ